ਵਾਰਨ ਬਫੇ ਦੀ ਲਾਈਨ ਹੈ ਕਿ ਜੇ ਤੁਸੀਂ ਸੌਂਦੇ ਸੌਂਦੇ ਪੈਸਾ ਨਹੀਂ ਕਮਾ ਰਹੇ ਤਾਂ ਤੁਸੀਂ ਸਾਰੀ ਜ਼ਿੰਦਗੀ ਪੈਸੇ ਪਿੱਛੇ ਭੱਜਦੇ ਰਹੋਗੇ। ਕਿ 20,000 ਦਾ 1 ਕਰੋੜ ਬਣ ਜਾਂਦਾ ਹੈ ਤੇ ਮੇਰਾ ਵੀ ਬਣੂਗਾ। ਬਹੁਤ ਸਾਰੇ ਡਿਸੀਜਨਸ ਇਨਵੋਲਵਡ ਹੈ ਜਿਨ੍ਹਾਂ 'ਤੇ ਅਸੀਂ ਅੱਜ ਗੱਲ ਕਰਾਂਗੇ ਕਿ ਉਹ ਮਿਊਚੁਅਲ ਫੰਡ ਕਿਵੇਂ ਸਹੀ ਚੁਣਨ ਦੀ ਕੋਸ਼ਿਸ਼ ਕਰ ਸਕਦੇ, ਕਿਵੇਂ ਬੈਟਰ ਹੋ ਸਕਦੇ ਨੇ ਤੁਹਾਡੇ ਚਾਂਸਿਸ। ਕੁੱਲ ਮਿਲਾ ਕੇ 6 ਤੋਂ 7 ਚੀਜ਼ਾਂ ਹੁੰਦੀਆਂ ਨੇ ਪੈਰਾਮੀਟਰ ਜਿਹੜੇ ਤੁਸੀਂ ਦੇਖਣੇ ਹੈ। ਅਸੀਂ ਸਭ ਤੋਂ ਪਹਿਲੀ ਜਿਹੜੀ ਚੀਜ਼ ਦੇਖਣੀ ਹੈ ਉਹ ਦੇਖਣੀ ਹੈ ਰੋਲਿੰਗ ਰਿਟਰਨ। ਦੂਸਰਾ ਆ ਜਾਂਦਾ ਹੈ ਆਪਣਾ ਸਟੈਂਡਰਡ ਡੇਵੀਏਸ਼ਨ। ਉਸ ਤੋਂ ਬਾਅਦ ਆਏ ਨਾ ਬੈਂਚਮਾਰਕ ਕੰਪੈਰੀਜ਼ਨ। ਫਿਰ ਆ ਜਾਂਦੇ ਸ਼ਾਰਪ ਰੇਸ਼ੀਓ। ਫਿਰ ਅਗਲੀ ਟਰਮ ਆ ਜਾਂਦੀ ਹੈ ਜੋ ਬਹੁਤ ਘੱਟ ਲੋਕੀ ਸਮਝਾਉਂਦੇ ਨੇ, ਉਹਦੀ ਕੈਪਚਰ ਰੇਸ਼ੀਓ। ਫਿਰ ਆ ਜਾਂਦੀ ਹੈ AUM, ਐਸੈਟਸ ਅੰਡਰ ਮੈਨੇਜਮੈਂਟ। ਚੈੱਕ ਕਰ ਸਕਦੇ ਹੋ ਫੰਡ ਮੈਨੇਜਰ। ਤੇ ਇਸ ਟਾਈਮ ਵੈਸੇ ਤੁਹਾਨੂੰ ਕੀ ਲੱਗਦਾ ਕਿ ਇੰਡੀਆ ਦੇ ਵਿੱਚ ਕਿਹੜੇ ਮਿਊਚੁਅਲ ਫੰਡ ਚੰਗੇ ਨੇ? ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਬਹੁਤ ਵਧੀਆ ਇੱਕ ਅਗਲਾ ਐਪੀਸੋਡ ਫਿਰ ਆ ਗਿਆ ਜੀ। ਮੈਨੂੰ ਲੱਗਦਾ ਲੋਕਾਂ ਨੇ ਪਿਛਲੇ ਐਪੀਸੋਡ ਦੇ ਜਿਹੜੇ ਕਮੈਂਟ ਕੀਤੇ ਹੋਣਗੇ ਜਾਂ ਜਿਹੜਾ ਵੀ ਸਾਰਾ ਓਵਰਆਲ ਆਪਣਾ ਮਿਊਚੁਅਲ ਫੰਡ ਤੇ ਚੱਲ ਰਿਹਾ ਇਹ ਸੀਰੀਜ਼, ਜੀ 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 ਮਤਲਬ ਇਸ ਪੜਾਅ ਤੇ ਹੈ ਕਿ ਮਿਊਚੁਅਲ ਫੰਡ Mutual fund ਤੇ ਆ 3 ਇਹ ਤੀਜਾ ਐਪੀਸੋਡ। ਸੋ ਸ਼ੁਰੂਆਤ ਕਰਨ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡਾ ਆਪਣਾ ਜਿਹੜਾ ਐਕਸਪੀਰੀਅੰਸ ਰਿਹਾ ਆ ਮਨੀ ਦੇ ਨਾਲ, ਕਿਵੇਂ ਬਚਪਨ ਤੋਂ ਲੈ ਕੇ ਉਹ ਥੋੜਾ ਸ਼ੁਰੂਆਤ 'ਚ ਦੱਸੋ, ਫਿਰ ਆਪਾਂ ਮਿਊਚੁਅਲ ਫੰਡ ਦੇ ਗਹਿਰਾਈ 'ਚ ਫਿਰ ਛਾਲ ਮਾਰਾਂਗੇ। ਤੇ ਮੈਂ ਪੈਸਾ ਬਹੁਤ ਵਧੀਆ ਰਿਹਾ ਹੈ। ਅੱਛਾ ਮੈਂ ਬਹੁਤ ਇੰਟਰਸਟਿੰਗ ਰਿਹਾ। ਮੈਨੂੰ ਪੈਸੇ ਤੋਂ ਬਹੁਤ ਕਾਫੀ ਜ਼ਿੰਦਗੀ ਡਰ ਲੱਗਦਾ ਰਿਹਾ। ਅੱਛਾ ਪੈਸਾ ਆਇਆ ਬਹੁਤ ਹੈ, ਹੂੰ ਗਿਆ ਬਹੁਤ ਹੈ। ਫਿਰ ਪੈਸੇ ਪਿੱਛੇ ਮੈਂ ਬਹੁਤ ਭੱਜਿਆ। ਹੂੰ ਫਿਰ ਜਿੰਨਾ ਮੈਂ ਭੱਜਿਆ ਇਹਦੇ ਪਿੱਛੇ ਉਨਾ ਮੈਨੂੰ ਮਿਲਿਆ ਵੀ ਨਹੀਂ ਹੈ। ਉਹਨੇ ਭਜਾਇਆ ਉਹਨਾਂ ਭਜਾਇਆ ਬਹੁਤ ਭਜਾਇਆ ਹੈ। ਤੁਸੀਂ ਐ ਲਾਓ, ਜੇ ਤੁਸੀਂ ਜਿਵੇਂ ਲੋਕੀ ਕਹਿੰਦੇ ਨੇ ਫੇਲੀਅਰਸ ਹੈ ਜ਼ਿੰਦਗੀ ਦੇ ਵਿੱਚ ਆਉਂਦੇ ਨੇ, 6 ਫੇਲੀਅਰਸ ਤੋਂ ਬਾਅਦ ਮੈਂ ਸਟਾਕ ਮਾਰਕੀਟ 'ਚ ਆਇਆ। ਅੱਛਾ 6 ਫੇਲੀਅਰਸ, 6 ਵੀ 7 ਲਾ ਲਓ, 7ਵਾਂ ਤਾਂ ਚਲੋ ਐਂ ਸੀਗਾ। ਮੈਂ 7 ਫੇਲੀਅਰਸ ਕੀਤੇ ਆਪਣੀ ਜ਼ਿੰਦਗੀ ਦੇ ਵਿੱਚ, ਫਿਰ ਮੈਂ ਸਟਾਕ ਮਾਰਕੀਟ 'ਚ ਆਇਆ। ਸਟਾਕ ਮਾਰਕੀਟ ਮੇਰਾ 8ਵਾਂ ਫੇਲੀਅਰ ਸੀਗਾ 4-5 ਸਾਲ ਪਹਿਲਾਂ ਤੱਕ। ਪਰ ਫਿਰ ਪਤਾ ਨਹੀਂ, ਜਿਵੇਂ ਕਹਿੰਦੇ ਗੋਡਸ ਪਲਾਨ, ਉੱਪਰ ਵਾਲੇ ਦੀ ਕੁਛ ਹੁੰਦੀ ਹੈ, ਉਹਨੇ ਇੱਕ ਰਾਹ ਪਾਇਆ। ਮੈਂ 5 ਸਾਲ ਪਹਿਲਾਂ ਇਹਦੇ ਕਰਕੇ ਪਰਸਨਲ ਲੋਨ ਲਿੱਤੇ ਹੋਏ। ਅੱਛਾ ਜੀ ਦੱਸਿਆ ਵੀ ਪਹਿਲੇ ਐਪੀਸੋਡ 'ਚ ਫੜਿਆ ਹੋਇਆ। ਤੇ ਮਤਲਬ ਉਦੋਂ ਨਾ ਡਰ ਹੁੰਦਾ ਸੀਗਾ। ਹੁਣ ਕੀ ਆਇਆ ਕਿ ਮੈਨੂੰ ਉਦੋਂ ਜਿਵੇਂ ਕਿਸੇ ਨੇ ਲਿਖਿਆ ਹੋਇਆ ਸੀਗਾ ਕਿ ਮੈਨੂੰ ਪੈਸਾ ਕਮਾਉਣਾ ਆਉਂਦਾ ਨਾਲ ਦੈਟ, ਮੈਨੂੰ ਵੀ ਇਹੀ ਲੱਗਦਾ ਸੀਗਾ ਮੈਨੂੰ ਆਉਂਦਾ। ਮੈਂ ਲੋਨ ਲੈ ਲਿਆ। ਮੈਂ ਆਪਾਂ ਨੂੰ ਆਉਂਦਾ ਕੈਪੀਟਲ ਦੀ ਲੋੜ ਹੈ ਯਾਰ, ਪੈਸੇ ਹੀ ਹੈ ਨਹੀਂ। ਤੇ ਪੈਸਾ ਲਿੱਤਾ, ਬੈਠਾ ਮਾਰਕੀਟ 'ਚ। ਪ੍ਰੋਬਲਮ ਇਹ ਸੀਗੀ ਉਹ ਪੈਸੇ ਨਾਲ ਇੱਕ ਜ਼ਿੰਮੇਵਾਰੀ ਆਉਂਦੀ ਸੀ ਕਿ ਵਾਪਸ ਕਰਨਾ, ਠੀਕ ਹੈ। ਦੂਸਰੀ ਚੀਜ਼ ਆਉਂਦੀ ਸੀਗੀ ਕਿ ਉਹ ਡਰ ਜਿਹੜਾ ਸੀਗਾ ਉਹਨੇ ਪੈਨਿਕ ਕ੍ਰੀਏਟ ਕੀਤਾ ਹੋਇਆ ਸੀ। ਔਰ ਉਦੋਂ ਮੈਨੂੰ ਜਨਰਲੀ ਜੇ ਮੈਂ 10,000 15,000 ਦਾ ਲੋਸ ਦੇਖਦਾ ਸੀਗਾ, ਕੈਪੀਟਲ ਜ਼ਿਆਦਾ ਲਿਆਏ, ਜ਼ੀਰੋ ਵੱਧ ਗਈ। 10,000 15,000 ਨੂੰ ਤਾਂ ਹਜਮ ਕਰਨਾ ਆਉਂਦਾ ਸੀ, ਲੱਖ ਨੂੰ ਨਹੀਂ ਆਉਂਦਾ ਸੀ। ਮੇਰੇ ਹਿਸਾਬ ਨਾਲ 4 ਦਿਨ ਲੱਗੇ ਸਾਰੇ ਪੈਸੇ ਖਤਮ ਹੋਣ ਨੂੰ, ਲੋਨ 4 ਦਿਨ ਪੰਜਵਾਂ ਵੀ ਨਹੀਂ ਆਉਣ ਦਿੱਤਾ, ਸਾਰੇ ਖਤਮ। ਕਿਉਂਕਿ ਇੱਕ ਚੀਜ਼ ਜਿਹੜੀ ਸਾਡੇ ਸਮਝ ਨਹੀਂ ਆਉਂਦੀ, ਇਹ ਜਿਹੜਾ ਪੈਸੇ ਦਾ ਡਰ ਹੈ ਨਾ, ਮੈਂ ਕਿਉਂ ਕਹਿੰਦਾ ਰਹਿੰਦਾ ਬਾਰ-ਬਾਰ ਕਿ ਉਹ ਪੈਸਾ ਲਗਾਓ ਜਿਹਦੀ ਤੁਹਾਨੂੰ ਲੋੜ ਨਹੀਂ। ਕਿਉਂਕਿ ਜਿਹੜਾ ਪੈਸਾ ਤੁਹਾਡਾ ਜ਼ਰੂਰਤ ਦਾ ਹੁੰਦਾ ਜਾਂ ਸਰਕਲ ਦਾ ਹੁੰਦਾ ਨਾ, ਉਹ ਸਾਡੇ ਜਿਹੜੇ ਇਮੋਸ਼ਨਸ ਨੇ ਉਸ ਪੈਸੇ ਦੇ ਨਾਲ ਜੁੜੇ ਹੁੰਦੇ ਆ, ਉਹ ਬਹੁਤ ਜ਼ਿਆਦਾ ਡੀਪ ਜੁੜੇ ਹੁੰਦੇ ਨੇ। ਫਿਰ ਉਹਦਾ ਰੁਪਈਆ ਘਟਦਾ ਵੀ ਨਾ ਚੁੱਭਦਾ ਸਾਨੂੰ। ਤੇ ਸਾਡਾ ਮਿਸ਼ਨ ਹੈ ਲੌਂਗ ਟਰਮ ਦਾ। ਉਹ ਗਿਰ ਵੀ ਸਕੂ ਮਾਰਕੀਟ, ਐ ਤਾਂ ਕਦੀ ਨਹੀਂ ਉੱਪਰ ਜਾਣ ਵਾਲੀ ਮਾਰਕੀਟ, ਤਾਂ ਐਵੇਂ ਜਾਣ ਵਾਲੀ ਹੈ। ਉਹ ਜਦੋਂ ਉੱਪਰ ਹੈ ਅਸੀਂ ਨਿਕਲਦੇ ਨਹੀਂ, ਕਿਉਂਕਿ ਲਾਲਚ ਹੁੰਦਾ। ਨੀਚੇ ਆਏ ਤੇ ਸਾਨੂੰ ਡਰ ਲੱਗਣ ਲੱਗ ਜਾਏ ਔਰ ਅਸੀਂ ਕੱਢਦੀਆਂ ਤਾਂ ਨੁਕਸਾਨ ਹੋਣਾ ਹੀ ਹੋਣਾ। ਇਹੀ ਇਮੋਸ਼ਨ ਹੀ ਲੋਕਾਂ ਨੂੰ ਨੁਕਸਾਨਦੇਹ ਬਣਾਉਂਦਾ ਮਾਰਕੀਟ 'ਚ। ਔਰ ਇਹੀ ਇਮੋਸ਼ਨ ਨੇ, ਮੈਂ ਤੁਹਾਨੂੰ ਦੱਸ ਰਿਹਾ ਕਿ ਮਤਲਬ ਪਹਿਲੇ ਦਿਨ 5 ਲੱਖ ਦਾ ਸੀਗਾ ਲੋਨ ਉਹ। ਤੇ ਉਦੋਂ ਤੱਕ ਮੈਂ ਲੱਖ ਰੁਪਏ ਨਾਲ ਟ੍ਰੇਡਿੰਗ ਕਰਦਾ, 50,000 ਨਾਲ ਟ੍ਰੇਡਿੰਗ ਕਰਦਾ ਸੀ। ਤੇ 50,000 ਨਾਲ ਟ੍ਰੇਡ ਕਰਦੇ ਕਰਦੇ ਉਦੋਂ ਕਦੀ 5,000 ਘਟ ਗਿਆ, ਕਦੀ 10,000 ਘਟ ਗਿਆ, ਕਦੀ 20,000 ਘਟ ਗਿਆ। ਉਹਨਾਂ ਦੀ ਤਾਂ ਆਦਤ ਹਜਮ ਹੋ ਗਿਆ ਸੀਗਾ 10-20,000 ਦਾ ਲੋਸ ਦੇਖਣਾ। ਅੱਛਾ ਉਦੋਂ ਫਿਰ ਆਪਣੀ ਫੁੱਲ ਕੌਨਫੀਡੈਂਸ ਕਿ ਆਪਣੇ ਦੀ ਗਲਤੀ ਥੋੜ੍ਹਾ ਨਾ, ਪੈਸੇ ਹੀ ਲੋੜ ਹੈ ਬਸ। ਪੈਸਾ ਲਿਆਇਆ, ਪਹਿਲੇ ਦਿਨ 1.5 ਉੱਡਿਆ, ਅਗਲੇ ਦਿਨ ਉਹੀ ਜ਼ਿੱਦ 'ਚ ਮਾਰਕੀਟ ਨੂੰ ਦਿਖਾਊਂਗਾ ਕਿ ਮੈਨੂੰ ਕਮਾਉਣਾ ਆਉਂਦਾ, ਅਗਲੇ ਦਿਨ 2.5 ਉੱਡਿਆ, ਬਾਕੀ ਲੱਖ ਵਜ੍ਹਾ ਸੀ ਅਗਲੇ ਦਿਨ ਉਹਨਾਂ ਦਾ। ਤੇ ਉਹਦੇ ਵਿੱਚੋਂ
ਕੁਛ ਥੋੜਾ ਜਿਹਾ ਮਤਲਬ 70-80 ਹਜ਼ਾਰ ਇੱਕ ਦਿਨ ਉਡਾਇਆ, ਥੋੜੇ ਜਿਹੇ ਸ਼ਾਂਤ ਹੋ ਗਏ, ਫਿਰ ਉਵੇਂ ਕਰਕੇ 4 ਦਿਨਾਂ ਦੇ ਅੰਦਰ ਖਤਮ। ਹੁਣ ਪ੍ਰੋਬਲਮ ਜ਼ਿੰਦਗੀ 'ਚ ਪੈਸੇ ਤੋਂ ਡਰ ਲੱਗਿਆ ਹੋਇਆ ਸੀ ਨਾ, ਅਗਲੇ ਮਹੀਨੇ ਤਾਂ ਆਪਾਂ ਉਹ ਦੇਣਾ ਹੈ, EMI ਦੇਣੀ ਹੈ, ਪੈਸੇ ਤਾਂ ਮੁਕਾਤੇ। ਤਾਂ ਮੇਰਾ ਪੈਸੇ ਨਾਲ ਬਹੁਤ ਹੀ ਬੜਾ ਮਜ਼ੇਦਾਰ ਰਿਲੇਸ਼ਨ ਰਿਹਾ, ਮੈਂ ਬਹੁਤ ਮਜ਼ੇ ਲਿੱਤੇ ਨੇ ਪੈਸੇ ਨਾਲ। ਤੇ ਮਤਲਬ ਇਹ ਵੀ ਉਡਾ ਕੇ ਮਜ਼ੇ ਸਿੱਖਿਆ ਮੈਂ ਤਾਂ ਅੱਜ ਤੱਕ ਇਹ ਲਾਇਆ ਕਿ ਮੈਂ ਜਿੰਨਾ ਮਾਰਕੀਟ ਰਿਹਾ ਮੈਨੂੰ ਕਾਲਜ ਫੀਸ ਸਮਝ ਲਈ, ਸਿੱਖਣ ਲਈ ਸਿੱਖਿਆ ਮੈਂ ਬਸ, ਹੋਰ ਮੈਂ ਕੁਛ ਨਹੀਂ ਕੀਤਾ। ਤੇ ਉਹੀ ਸਿੱਖਦੇ ਸਿੱਖਦੇ ਉਸ ਤੋਂ ਬਾਅਦ ਹੁਣ ਪਿਛਲੇ ਇੰਨੇ ਸਾਲਾਂ 'ਚ ਮੈਨੂੰ ਕਿਸੇ ਨੇ ਪੁੱਛਿਆ, ਕਹਿੰਦੇ ਹੁਣ ਰਿਕਵਰੀ ਹੋ ਗਈ ਜੀ। ਮੈਂ ਕਿਹਾ ਜੀ ਮੈਂ ਉਹਨਾਂ ਨੂੰ ਹੋ ਗਈ ਰਿਕਵਰੀ, ਉਹ ਤਾਂ 1 ਸਾਲ 'ਚ ਹੀ ਹੋ ਗਈ। ਮੈਂ ਜਿੰਨਾ ਪਿਛਲੇ 5 ਸਾਲ 'ਚ ਉਡਾਇਆ ਸੀਗਾ ਉਹ 1 ਸਾਲ 'ਚ ਮੈਂ ਵਾਪਸ ਕਰ ਲਿਆ ਸੀ। ਪਰ ਮੈਂ ਉਹਨੂੰ ਰਿਕਵਰੀ ਕਹਿੰਦਾ ਹੀ ਨਹੀਂ, ਕਿਉਂਕਿ ਮੈਂ ਇੱਕ ਚੀਜ਼ ਸਿੱਖ ਲਈ ਸੀ ਕਿ ਜੋ ਹੋ ਗਿਆ ਉਸ 'ਤੇ ਮੇਰਾ ਕੋਈ ਕੰਟਰੋਲ ਨਹੀਂ ਹੈ, ਜੋ ਹੋ ਗਿਆ ਉਹ ਹੋ ਗਿਆ। ਅਤੇ ਜਿਵੇਂ ਹੁਣ ਆਪਾਂ ਇਨਵੈਸਟਮੈਂਟ ਲਈ ਵੀ ਆਉਣਗੇ ਤਾਂ ਕੋਈ ਵੀ ਬੰਦਾ ਇੱਕ ਅਲਟੀਰੀਅਰ ਮੋਟਿਵ ਜਾਂ ਮਤਲਬ ਇੱਕ ਹੋਰ ਹੁੰਦਾ ਨਾ ਗੁਪਤ ਕੋਈ ਪਿੱਛੋਂ ਸੋਚ ਕੇ ਆਇਆ ਹੁੰਦਾ ਕਿ ਮੈਂ ਇਸ ਲਈ ਇਨਵੈਸਟਮੈਂਟ ਕਰ ਰਿਹਾ, ਮੈਂ ਇਸ ਲਈ ਇਨਵੈਸਟਮੈਂਟ ਕਰ ਰਿਹਾ ਕਿਉਂਕਿ ਮੈਂ ਫਲਾਣੇ ਪੋਡਕਾਸਟ ਸੁਣਿਆ ਸੀਗਾ ਕਿ 20,000 ਦਾ 1 ਕਰੋੜ ਬਣ ਜਾਂਦਾ ਅਤੇ ਮੇਰਾ ਵੀ ਬਣੂਗਾ। ਬਹੁਤ ਸਾਰੇ ਡਿਸੀਜਨਸ ਇਨਵੋਲਵਡ ਹੈ ਜਿਨ੍ਹਾਂ 'ਤੇ ਅਸੀਂ ਅੱਜ ਗੱਲ ਕਰਾਂਗੇ ਕਿ ਉਹ ਮਿਊਚੁਅਲ ਫੰਡ ਕਿਵੇਂ ਸਹੀ ਚੁਣਨ ਦੀ ਕੋਸ਼ਿਸ਼ ਕਰ ਸਕਦੇ ਹੋ, ਕਿਵੇਂ ਬੈਟਰ ਹੋ ਸਕਦੇ ਨੇ ਤੁਹਾਡੇ ਚਾਂਸਿਸ। ਸ਼ਿਓਰਿਟੀ ਗਾਰੰਟੀ ਹਾਲੇ ਵੀ ਕਿਸੇ ਚੀਜ਼ ਦੀ ਨਹੀਂ ਹੁੰਦੀ, ਓਕੇ, ਬਟ ਕਿਵੇਂ ਤੁਹਾਡੇ ਚਾਂਸਿਸ ਬਹੁਤ ਵਧੀਆ ਹੁੰਦੇ ਨੇ, ਉਹਦੇ ਲਈ ਕੁੱਲ ਮਿਲਾ ਕੇ 6 ਤੋਂ 7 ਚੀਜ਼ਾਂ ਹੁੰਦੀਆਂ ਨੇ, ਪੈਰਾਮੀਟਰ ਜਿਹੜੇ ਤੁਸੀਂ ਦੇਖਣੇ ਹੁੰਦੇ ਨੇ। ਅੱਛਾ ਚਲੋ ਕਰੋ ਫਿਰ ਸ਼ੁਰੂਆਤ ਕਰੀਏ ਜੀ। ਹੁਣ ਜਦੋਂ ਅਸੀਂ ਵੀ ਆਪਣਾ ਪਹਿਲਾ ਮਿਊਚੁਅਲ ਫੰਡ ਦੀ ਸਿਪ ਸ਼ੁਰੂ ਕਰਾਂਗੇ, ਹਾਂ ਪਿਛਲੇ ਐਪੀਸੋਡ 'ਚ ਵੀ ਹਾਂਜੀ ਆਪਾਂ ਗੱਲ ਕੀਤੀ ਸੀ, ਉਹ ਆਪਾਂ ਕਮਿਊਨਿਟੀ 'ਤੇ ਪਾ ਦਾਂਗੇ ਚਾਹੇ ਇੱਕ ਵਾਰੀ ਆਪਾਂ ਲੈ ਕੇ। ਅਤੇ ਕਿਉਂਕਿ ਆਪਾਂ ਪੋਡਕਾਸਟ ਲੇਟ ਬਣਾ ਰਹੇ ਹਾਂ, ਮਾਰਕੀਟ ਬੰਦ ਹੋ ਗਈ, ਨਹੀਂ ਅੱਜ ਹੀ ਲੈ ਕੇ ਦਿਖਾ ਦੇ। ਅਤੇ ਅਸੀਂ ਸਭ ਤੋਂ ਪਹਿਲੀ ਜਿਹੜੀ ਚੀਜ਼ ਦੇਖਣੀ ਹੈ ਉਹ ਦੇਖਣੀ ਹੈ ਰੋਲਿੰਗ ਰਿਟਰਨ। ਹੁਣ ਕੀ ਹੁੰਦਾ ਹੈ ਕਿ ਅਸੀਂ ਈਅਰਲੀ ਰਿਟਰਨ ਪਹਿਲਾਂ ਤਾਂ ਦੇਖ ਹੀ ਲੈਂਦੇ ਹਾਂ, ਸਾਰੇ ਹੀ ਦੇਖ ਲੈਂਦੇ ਨੇ ਕਿ 5 ਸਾਲ 'ਚ ਕਿੰਨਾ ਦਿੱਤਾ ਜੀ, 3 ਸਾਲ 'ਚ ਕਿੰਨਾ ਦਿੱਤਾ, 1 ਸਾਲ 'ਚ ਕਿੰਨਾ ਦਿੱਤਾ। ਉਹਦੇ ਨਾਲ ਨਾਲ ਆਪਾਂ ਨੇ ਇੱਕ ਰੋਲਿੰਗ ਰਿਟਰਨ ਕਰਕੇ ਚੀਜ਼ ਹੈ ਉਹ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਰੋਲਿੰਗ ਰਿਟਰਨ ਕੀ ਹੈ, ਆਪਾਂ ਐਗਜ਼ਾਮਪਲ ਲੈਂਦੇ ਹਾਂ ਕਿ 2 ਕ੍ਰਿਕਟਰਸ ਹੈ, 2 ਬੈਟਸਮੈਨ ਨੇ ਜੀ, ਇੱਕ ਬੈਟਸਮੈਨ ਨੇ ਪਹਿਲੇ ਮੈਚ 'ਚ 60 ਮਾਰੇ, ਅਗਲੇ ਮੈਚ 'ਚ 50 ਮਾਰੇ, ਅਗਲੇ ਮੈਚ 'ਚ 40 ਮਾਰੇ, ਠੀਕ ਹੈ ਜੀ, ਅਗਲੇ ਮੈਚ ਦੇ ਵਿੱਚ ਫਿਰ 40 ਮਾਰੇ, ਠੀਕ ਹੈ, ਔਨ ਐਨ ਐਵਰੇਜ ਉਹਦੀ 50 ਰਨ ਦੀ ਐਵਰੇਜ ਬਣਦੀ ਹੈ ਜੀ। ਇੱਕ ਹੋਰ ਬੈਟਸਮੈਨ ਉਹਨੇ ਇੱਕ ਵਾਰ ਤਾਂ ਮਾਰਤੇ 120, ਉਸ ਤੋਂ ਬਾਅਦ ਕਦੀ 10 ਕਦੀ 20 ਕਦੀ 10 ਕਰਕੇ ਉਹਦਾ ਐਵਰੇਜ ਵੀ 50 ਬਣ ਜਾਂਦਾ। ਕਿਹੜਾ ਬੈਟਰ ਹੈ, ਜਿਹੜਾ ਕੰਸਿਸਟੈਂਟ ਚੱਲ ਰਿਹਾ। ਬਿਲਕੁਲ। ਤਾਂ ਰੋਲਿੰਗ ਰਿਟਰਨ ਕੀ ਹੈ ਕਿ ਉਹ ਕੰਸਿਸਟੈਂਟ ਹਰ ਸਾਲ ਦੀ ਅਲੱਗ-ਅਲੱਗ ਦਿਖਾਉਂਦੀ ਹੈ। ਜਿਹੜਾ ਤੁਸੀਂ ਉੱਪਰ ਚੈੱਕ ਕਰਦੇ ਹੋ ਕਿ 5 ਸਾਲ 'ਚ ਕਿੰਨੀ ਰਿਟਰਨ ਦਿੱਤੀ, ਜਿਹੜਾ CAGR ਬਣਦਾ ਹੈ ਉਹ ਐਵਰੇਜ ਬਣਦੀ ਹੈ, ਕਦੀ 10 ਹੋ ਗਈ, ਕਦੀ 20 ਹੋ ਗਈ, ਕਦੀ 10 ਹੋ ਗਈ, ਤਾਂ 40 ਨੂੰ 3 ਨਾਲ ਡਿਵਾਈਡ ਕਰਕੇ ਇੱਕ ਪਰਸੈਂਟੇਜ ਬਣਾ ਦੇਣਗੇ ਕਿ ਰਫਲੀ ਐਵਰੇਜ ਆ ਬਣਦੀ ਹੈ, ਹਰ ਸਾਲ ਇਹੋ ਜਿਹੀ ਰਿਟਰਨ ਮਿਲੀ ਹੈ। ਰੋਲਿੰਗ ਰਿਟਰਨ ਕੀ ਹੁੰਦਾ ਕਿ ਅਸਲ 'ਚ ਕਿੰਨੀ ਮਿਲੀ ਹੈ, ਕਿ ਕਿਆ ਜਿਹੜਾ ਫੰਡ ਮੈਨੇਜਰ ਹੈ ਉਹਦਾ ਤੁੱਕਾ ਲੱਗ ਗਿਆ ਪਹਿਲੇ ਸਾਲ ਦਾ ਤਾਂ 1 ਸਾਲ ਦੀ ਰਿਟਰਨ ਵੱਧ ਗਈ, ਕਿ ਉਹਨੂੰ ਸੱਚੀ ਕੋਈ ਕੰਮ ਆਉਂਦਾ। ਤਾਂ ਜਿਹੜੀ ਰੋਲਿੰਗ ਰਿਟਰਨ ਸਟੈਡੀ ਰਹਿੰਦੀ ਹੈ ਉਹ ਪਹਿਲਾ ਪੈਰਾਮੀਟਰ ਤੁਹਾਡਾ ਆ ਗਿਆ ਕਿ ਹਾਂਜੀ ਇਹ ਫੰਡ ਬੈਟਰ ਹੈ, ਬੈਟਰ ਹੋਣ ਦੇ ਚਾਂਸਿਸ ਹੈ ਕਿਉਂਕਿ ਉਹ ਸਟੈਡੀ ਚੱਲ ਰਿਹਾ, ਮਤਲਬ ਫੰਡ ਮੈਨੇਜਰ ਨੂੰ ਪਤਾ ਉਹ ਕੀ ਕਰ ਰਿਹਾ, ਠੀਕ ਹੈ ਜੀ। ਦੂਸਰਾ ਆ ਜਾਂਦਾ ਹੈ ਆਪਣਾ ਸਟੈਂਡਰਡ ਡੇਵੀਏਸ਼ਨ। ਸਟੈਂਡਰਡ ਡੇਵੀਏਸ਼ਨ ਸਮਝਾਉਣ ਲਈ ਤੁਸੀਂ ਲਓ ਕਿ ਇੱਕ ਜਹਾਜ਼ ਹੈ ਉਹ ਪੁਆਇੰਟ A ਤੋਂ ਪੁਆਇੰਟ B ਤੱਕ 2 ਘੰਟੇ 'ਚ ਉੱਡਦਾ ਜੀ, ਠੀਕ ਹੈ ਜੀ, ਅਤੇ ਇਹ ਇੱਕ ਸਟੈਂਡਰਡ ਟਾਈਮ ਹੈ ਕਿ ਇੱਥੋਂ ਇੱਥੇ ਤੱਕ ਦੇ A to B ਦੇ 2 ਘੰਟੇ ਲੱਗਣੇ ਨੇ। ਹੁਣ ਇੱਕ ਜਹਾਜ਼ ਜਿਹੜਾ ਉਹ ਕਦੀ 20 ਮਿੰਟ ਲੇਟ ਹੁੰਦਾ, ਕਦੀ 25 ਮਿੰਟ ਲੇਟ ਹੁੰਦਾ, ਕਦੀ 20 ਮਿੰਟ, ਕਦੀ 15 ਮਿੰਟ, ਤਾਂ ਉਹਦੀ ਐਵਰੇਜ 20 ਮਿੰਟ ਨਿਕਲ ਆਉਂਦੀ ਹੈ, ਠੀਕ ਹੈ ਜੀ। ਇੱਕ ਜਹਾਜ਼ ਹੈ ਉਹ 10 ਮਿੰਟ 15 ਮਿੰਟ 10 ਮਿੰਟ 15 ਮਿੰਟ, ਉਹਦੀ ਐਵਰੇਜ 10 ਨਿਕਲ ਆਉਂਦੀ ਹੈ। ਇਹਦਾ ਮਤਲਬ ਸਟੈਂਡਰਡ ਡਿਵੀਏਸ਼ਨ ਦਾ ਹੁੰਦਾ ਕਿ ਜੋ ਇਹਦਾ ਰੇਟ ਹੋਣਾ ਚਾਹੀਦਾ 2 ਘੰਟੇ ਜੋ ਟਾਈਮ ਹੋਣਾ ਚਾਹੀਦਾ ਉਸ ਤੋਂ ਕਿੰਨਾ ਉੱਪਰ ਅਲੱਗ ਕਿੰਨੀ ਦੂਰ ਹੈ, ਤਾਂ ਉਹਦੀ ਸਟੈਂਡਰਡ ਡਿਵੀਏਸ਼ਨ ਹੋਈ 10 ਦੀ, ਉਹਦੀ ਦੂਸਰੇ ਜਹਾਜ਼ ਦੀ ਸਟੈਂਡਰਡ ਡਿਵੀਏਸ਼ਨ ਹੋਈ 20 ਦੀ। ਤਾਂ ਜਿਹੜਾ ਮਾਰਕੀਟ ਦੀ ਟ੍ਰੈਜੈਕਟਰੀ ਜਾਂ ਮਾਰਕੀਟ ਦੀ ਮੂਵਮੈਂਟ ਦੇ ਨਾਲ ਨਾਲ ਚੱਲਦਾ ਉਹ ਬੈਟਰ ਰਹਿੰਦਾ ਸਾਡੇ ਲਈ,
ਠੀਕ ਹੈ ਨਾ, ਕਿਉਂਕਿ ਉੱਪਰ ਦੀ ਟ੍ਰੈਜੈਕਟਰੀ ਤਾਂ ਲੋਕੀ ਕਹਿਣਗੇ ਕਿ ਯਾਰ ਇਹ ਤਾਂ ਦੂਰ ਰਹਿੰਦਾ ਤਾਂ ਵਧੀਆ ਕਿ ਮਾਰਕੀਟ 5 ਵਧੀ ਤੇ 10 ਵੱਧ ਜਾਊਗਾ, ਫਿਰ ਨੀਚੇ ਵੀ ਤਾਂ ਉਹੋ ਜਿਹਾ ਹੋਊਗਾ। ਜੀ। ਤਾਂ ਸਟੈਂਡਰਡ ਡੇਵੀਏਸ਼ਨ ਇਜ਼ ਕਿ ਮਾਰਕੀਟ ਤੋਂ ਕਿੰਨੀ ਦੂਰ ਜਾਂਦਾ ਉਹ, ਮਾਰਕੀਟ ਦੀ ਮੂਵਮੈਂਟ ਤੋਂ ਕਿੰਨਾ ਅਲੱਗ ਮੂਵ ਕਰਦਾ ਉਹ, ਤਾਂ ਜਿੰਨੀ ਘੱਟ ਹੋਵੇ ਉਨੀ ਬੈਟਰ ਹੁੰਦੀ ਹੈ। ਓਕੇ। ਉਸ ਤੋਂ ਬਾਅਦ ਆਏ ਨਾ ਬੈਂਚਮਾਰਕ ਕੰਪੈਰੀਜ਼ਨ। ਬੈਂਚਮਾਰਕ ਦਾ ਮਤਲਬ ਕੀ ਹੁੰਦਾ ਹੈ, ਇਹਨਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਮਿਊਚੁਅਲ ਫੰਡਸ ਹੁੰਦੇ ਨੇ, ਉਹਦੇ ਵਿੱਚ ਫਲੈਕਸੀ ਕੈਪ ਹੋ ਗਿਆ, ਲਾਰਜ ਕੈਪ ਹੋ ਗਿਆ, ਮਿਡ ਕੈਪ ਹੋ ਗਿਆ, ਸਮਾਲ ਕੈਪ ਹੋ ਗਿਆ, ਆਪਾਂ ਪਹਿਲਾਂ ਗੱਲ ਕਰ ਚੁੱਕੇ ਨੇ ਇਹਨਾਂ ਬਾਰੇ। ਹੁਣ ਉਹ ਇੱਕ ਕੈਟੇਗਰੀ ਬਣ ਜਾਂਦੀ ਹੈ, ਬਹੁਤ ਸਾਰੀਆਂ ਕੰਪਨੀਆਂ ਸਮਾਲ ਕੈਪ ਬਣਾਉਂਦੀਆਂ ਹੋਣੀਆਂ, ਤਾਂ ਉਹ ਬੈਂਚਮਾਰਕ ਕੰਪੈਰੀਜ਼ਨ ਚ ਆ ਜਾਂਦੇ ਕਿ ਇਹ ਆਪਣੀ ਕਲਾਸ ਦੇ ਵਿੱਚ ਕਿਸ ਪੋਜੀਸ਼ਨ ਤੇ ਖੜਾ ਹੈ। ਦੇਸੀ ਤਰੀਕੇ ਨਾਲ ਸਮਝ ਲਓ ਕਿ ਇੱਕ ਕਲਾਸ ਦੇ ਵਿੱਚ ਇੱਕ 5 ਬੱਚੇ ਨੇ, ਹੁਣ ਤੁਹਾਡੇ 100 ਚੋਂ 30 ਨੰਬਰ ਆਏ ਪਰ ਟੌਪਰ ਦੇ 35 ਆਏ ਤਾਂ ਤੁਹਾਡੀ ਪਰਫਾਰਮੈਂਸ ਵਧੀਆ ਕੰਪੇਅਰ ਹੋ ਗਿਆ ਉਹਦੇ ਨਾਲ। ਪਰ ਟੌਪਰ ਦੇ 90 ਆਏ ਤੇ ਤੁਹਾਡੇ 30 ਆਏ ਤਾਂ ਤੁਹਾਡੀ ਪਰਫਾਰਮੈਂਸ ਮਾੜੀ ਹੈ। ਇਹੀ ਅਸੀਂ ਬੈਂਚਮਾਰਕ ਕੰਪੇਅਰ ਕਰਨਾ ਹੈ ਕਿ ਜੋ ਉਹਦਾ ਬੈਂਚਮਾਰਕ ਹੈ ਕਿ ਸਟੈਂਡਰਡ ਕੀ ਚੱਲ ਰਿਹਾ, ਐਵਰੇਜ ਉਹਦੀ ਕੈਟੇਗਰੀ ਕਿਹੋ ਜਿਹਾ ਪਰਫਾਰਮ ਕਰ ਰਹੀ ਹੈ ਤੇ ਇਹ ਕਿਵੇਂ ਪਰਫਾਰਮ ਕਰ ਰਿਹਾ, ਉਹ ਬੈਂਚ ਕੰਪੈਰੀਜ਼ਨ ਹੁੰਦਾ। ਜਿਵੇਂ ਕੁਛ ਦੇ ਫੰਡ ਦੇ ਤੁਹਾਨੂੰ ਬੈਂਚਮਾਰਕ ਹੋਗੀ, ਇਹਦਾ ਬੈਂਚਮਾਰਕ 12% ਦੀ ਰਿਟਰਨ ਹੈ ਪਰ ਇਹ ਫੰਡ 18% ਦੀ ਰਿਟਰਨ ਦੇ ਰਿਹਾ, ਮਤਲਬ ਉਹ ਆਪਣੇ ਕਲਾਸ 'ਚ ਵਧੀਆ ਪਰਫਾਰਮ ਕਰ ਰਿਹਾ। ਠੀਕ ਹੈ ਜੀ, ਤਾਂ ਇਹ ਆ ਜਾਂਦਾ ਬੈਂਚਮਾਰਕ ਕੰਪੈਰੀਜ਼ਨ। ਫਿਰ ਆ ਜਾਂਦੇ ਸ਼ਾਰਪ ਰੇਸ਼ੀਓ। ਸ਼ਾਰਪੀ ਹੈ, ਈ ਲੱਗਦਾ ਉਹਦੇ ਵਿੱਚ। ਸ਼ਾਰਪ ਰੇਸ਼ੀਓ ਦਾ ਮਤਲਬ ਇਹ ਹੁੰਦਾ ਹੈ ਕਿ 1 ਰੁਪਈਆ ਜੇ ਤੁਸੀਂ ਲਗਾਉਂਦੇ ਹੋ ਤਾਂ ਕਿੰਨਾ ਰਿਟਰਨ ਤੁਹਾਨੂੰ ਮਿਲਦਾ ਹੈ, ਮਤਲਬ ਤੁਹਾਡੇ ਲਗਾਏ ਪੈਸੇ ਦੇ ਕਿੰਨਾ ਰਿਟਰਨ ਹੈ ਜੀ। ਉਹਦੇ ਵਿੱਚ ਇਹ ਕੀ ਹੁੰਦਾ ਹੈ ਕਿ ਇਹ ਹੁੰਦੀ ਹੈ ਕਿ ਤੁਹਾਡੀ ਇਨਵੈਸਟਮੈਂਟ ਮਾਈਨਸ ਰਿਸਕ ਫ੍ਰੀ ਰਿਟਰਨ। ਓਕੇ। ਹੁਣ ਰਿਸਕ ਫ੍ਰੀ ਰਿਟਰਨ ਲੋਕੀ ਕਹਿਣਗੇ ਐਫਡੀ, ਐਫਡੀ ਰਿਸਕ ਫ੍ਰੀ ਨਹੀਂ ਹੈ, ਬਹੁਤ लो ਰਿਸਕ ਹੈ। ਠੀਕ ਹੈ, ਰਿਸਕ ਫ੍ਰੀ ਰਿਟਰਨ ਦਾ ਮਤਲਬ ਤੁਹਾਡਾ ਹੋ ਗਿਆ ਜਿਸ ਤੇ ਬੈਂਕ ਆਪਸ ਚ ਪੈਸਾ ਇੱਕ ਦੂਸਰੇ ਨੂੰ ਦਿੰਦੇ ਨੇ। ਜੇ ਲੋਕਾਂ ਨੇ ਸਕੈਮ 1992 ਦੇਖਿਆ ਉਹਨਾਂ ਦਾ ਪਤਾ ਹੀ ਹੈ ਕਿ ਬੈਂਕ ਆਪਸ ਚ ਇੱਕ ਦੂਜੇ ਨੂੰ ਪੈਸਾ ਦਿੰਦੇ ਨੇ, ਤਾਂ ਜਿਹੜਾ ਬੈਂਕ ਜਿਸ ਰੇਟ ਤੇ ਪੈਸਾ ਦਿੰਦਾ ਉਹਨੂੰ ਰਿਸਕ ਫ੍ਰੀ ਕਹਿੰਦੇ ਨੇ। ਉਹਨੂੰ ਇੱਕ ਸਟੈਂਡਰਡ ਮੰਨਿਆ ਜਾਂਦਾ। ਗਵਰਨਮੈਂਟ ਸਿਕਿਉਰਿਟੀਜ਼ ਦੇ ਜੋ ਰਿਟਰਨ ਮਿਲਦੇ ਉਹਨੂੰ ਰਿਸਕ ਫ੍ਰੀ ਰਿਟਰਨ ਮੰਨਿਆ ਜਾਂਦਾ। ਤੁਹਾਡੀ ਮਿਊਚੁਅਲ ਫੰਡ ਤੇ ਉਹਦਾ ਮਾਈਨਸ ਡਿਵਾਈਡਡ ਬਾਈ ਰਿਸਕ, ਤੇ ਇਹਦੇ ਵਿੱਚ ਜਿਹੜਾ ਡਿਨੋਮੀਨੇਟਰ ਆ ਉਹ ਘੱਟ ਹੁੰਦਾ ਕਿਉਂਕਿ ਰਿਸਕ ਹੈ। ਤਾਂ ਇਹ ਅਗਰ 1 ਤੋਂ ਉੱਪਰ ਹੈ ਤਾਂ ਬੈਟਰ ਹੈ, ਜੇ 1 ਤੋਂ ਨੀਚੇ ਹੈ ਤਾਂ ਮਾੜੀ ਹੈ। ਅਗਰ ਉਹ 1.5 ਹੈ ਲੈਟਸ ਸੇ ਕਿਸੇ ਫੰਡ ਦੀ 1.5 ਹੈ, ਇਹਦਾ ਮਤਲਬ ਇਹ ਹੈ ਕਿ ਤੁਹਾਡੇ 1 ਰੁਪਏ ਤੇ 1.5 ਗੁਣਾ ਦੀ ਰਿਟਰਨ ਹੈ, ਮਤਲਬ 50 ਪੈਸੇ ਐਕਸਟਰਾ ਕਮਾ ਰਹੇ ਹੋ ਤੁਸੀਂ, ਤਾਂ ਉਨਾ ਹੀ ਤੁਹਾਡਾ ਰਿਸਕ ਘੱਟ ਹੋਊਗਾ। ਤਾਂ ਜਿੰਨੀ ਸ਼ਾਰਪ ਰੇਸ਼ੀਓ ਜ਼ਿਆਦਾ ਹੋਏਗੀ ਉਨਾ ਤੁਹਾਡੇ ਲਈ ਬੈਟਰ ਹੋਏਗਾ ਜੀ। ਫਿਰ ਅਗਲੀ ਟਰਮ ਆ ਜਾਂਦੀ ਹੈ ਜੋ ਬਹੁਤ ਘੱਟ ਲੋਕੀ ਸਮਝਾਉਂਦੇ ਨੇ, ਹੁੰਦੀ ਕੈਪਚਰ ਰੇਸ਼ੀਓ। ਕੈਪਚਰ ਰੇਸ਼ੀਓ ਦੋ ਤਰਫ ਦੀ ਹੁੰਦੀ ਹੈ, ਅਪਵਰਡ ਕੈਪਚਰ ਰੇਸ਼ੀਓ ਤੇ ਡਾਊਨਵਰਡ ਕੈਪਚਰ ਰੇਸ਼ੀਓ। ਹੁਣ ਜਿਹੜੀ ਕੈਪਚਰ ਰੇਸ਼ੀਓ ਹੈ ਇਹਦਾ ਮਤਲਬ ਇਹ ਹੈ ਕਿ ਜੇ ਨਿਫਟੀ ਦੇ ਵਿੱਚ ਆਪਾਂ ਪੈਸੇ ਲੈਣ ਲੈਟ ਸੇ ਤੇ ਨਿਫਟੀ 5% ਮੂਵ ਕਰਦਾ, ਠੀਕ ਹੈ, ਪਰ ਤੁਸੀਂ 1% ਮੂਵ ਕੀਤਾ ਤਾਂ ਕੈਪਚਰ ਰੇਸ਼ੀਓ ਘੱਟ ਹੋ ਗਈ। ਤੇ ਜੇ ਕੈਪਚਰ ਰੇਸ਼ੀਓ 1 ਹੈ ਮਤਲਬ ਨਿਫਟੀ ਮੂਵ ਕੀਤਾ ਉਨਾ ਹੀ ਤੁਹਾਡਾ ਮੂਵ ਕੀਤਾ। ਅਗਰ 1 ਤੋਂ ਘੱਟ ਹੈ ਮਤਲਬ ਨਿਫਟੀ 5% ਮੂਵ ਕੀਤਾ, ਤੁਹਾਡਾ ਫੰਡ 5% ਮੂਵ ਨਹੀਂ ਕੀਤਾ। ਅਗਰ ਉਹ 0.8 ਆ ਰਿਹਾ ਮਤਲਬ 80% ਮੂਵ ਕੀਤਾ। ਜੇ ਉਹ ਕੈਪਚਰ ਰੇਸ਼ੀਓ ਜ਼ਿਆਦਾ ਹੈ ਤਾਂ ਮਤਲਬ ਕਿ ਨਿਫਟੀ 5% ਮੂਵ ਕੀਤਾ, ਤੁਹਾਡਾ ਫੰਡ ਉਸ ਤੋਂ ਵੀ ਜ਼ਿਆਦਾ ਮੂਵ ਕੀਤਾ। ਇਹ ਹੋ ਗਈ ਅਪਵਰਡ ਦੀ। ਸੇਮ ਡਾਊਨਵਰਡ ਕੈਲਕੂਲੇਸ਼ਨ ਹੋ ਗਈ ਕਿ ਉਹ 100 ਗਿਰਿਆ ਜਾਂ 5% ਗਿਰਿਆ, ਅਗਰ ਆਪਾਂ ਸੇਮ ਐਗਜ਼ਾਮਪਲ ਲੈਂਦੇ ਹਾਂ, ਤੇ ਤੁਹਾਡਾ ਫੰਡ 3% ਗਿਰਿਆ, ਉਨੀ ਉਹ ਘੱਟ ਹੋਏਗੀ ਕੈਪਚਰ ਰੇਸ਼ੀਓ। ਤਾਂ ਇਹ ਤੁਹਾਨੂੰ ਇਹ ਦੱਸਦਾ ਹੈ ਕਿ ਮਾਰਕੀਟ ਦੀ ਮੂਵਮੈਂਟ ਦੇ ਹਿਸਾਬ ਨਾਲ ਤੁਹਾਡਾ ਫੰਡ ਕਿਵੇਂ ਮੂਵ ਕਰ ਰਿਹਾ। ਓਕੇ, ਅਗਰ ਅਪਵਰਡ ਜਾਂਦੇ ਹੋਏ ਦੀ ਅਪਵਰਡ ਕੈਪਚਰ ਰੇਸ਼ੀਓ ਜ਼ਿਆਦਾ ਹੈ ਔਰ ਡਾਊਨਵਰਡ ਕੈਪਚਰ ਰੇਸ਼ੀਓ ਘੱਟ ਹੈ ਤਾਂ ਫੰਡ ਬੈਟਰ ਹੈ, ਕਿਉਂਕਿ ਗਿਰੇਗਾ ਘੱਟ ਤੇ ਵਧੇਗਾ ਜ਼ਿਆਦਾ। ਠੀਕ ਹੈ, ਠੀਕ ਹੈ ਜੀ। ਫਿਰ ਆ ਜਾਂਦੀ ਹੈ AUM, ਜਿਹੜੀ ਸਭ ਤੋਂ ਉੱਪਰ ਦਿਖਦੀ ਹੈ, ਐਸੈਟਸ ਅੰਡਰ ਮੈਨੇਜਮੈਂਟ। ਇਹ ਹੈਗੇ ਟੋਟਲ ਐਸੈਟਸ ਕਿੰਨਾ ਉਸ ਫੰਡ ਦੇ ਵਿੱਚ ਹੈ, ਮਤਲਬ
ਕਿੰਨਾ ਲੋਕਾਂ ਦਾ ਪੈਸਾ ਉਸ ਫੰਡ ਮੈਨੇਜਰ ਕੋਲ ਹੈ। ਓਕੇ। ਹੁਣ ਕੀ ਹੈ ਕਿ ਬਹੁਤ ਪਹਿਲਾਂ ਲੋਕੀ ਸਿਰਫ ਇਹ ਦੇਖਦੇ ਸੀਗੇ ਕਿ ਕਿੰਨਾ ਵੱਡਾ, ਇਹ 72,000 ਕਰੋੜ ਦਾ ਹੈ, ਇਹ 40,000 ਕਰੋੜ ਦਾ, ਉਹ ਬਹੁਤ ਪੈਸਾ ਲੱਗ। ਤੁਹਾਡਾ ਡਿਸੀਜਨ ਇਸ ਤੇ ਮੈਟਰ ਨਹੀਂ ਕਰਦਾ। ਤੁਸੀਂ AUM ਨਹੀਂ ਦੇਖਣਾ। AUM ਸਿਰਫ ਇੱਕ ਫੰਡ ਦਾ ਤਰੀਕਾ ਹੋ ਗਿਆ, ਬਟ ਜਿਹੜੀ ਬਾਕੀ ਚੀਜ਼ਾਂ ਨੇ ਉਹ ਤੁਹਾਨੂੰ ਦੱਸਦੀਆਂ ਨੇ ਕਿ ਕਿਵੇਂ ਰਿਸਪੌਂਡ ਕਰੇਗਾ ਜਾਂ ਕਿਵੇਂ ਫੰਡ ਕੰਮ ਕਰ ਰਿਹਾ। ਠੀਕ ਹੈ ਜੀ। ਇੱਕ ਹੋਰ ਚੀਜ਼ ਤੁਸੀਂ ਉਹਦੇ ਚੈੱਕ ਕਰ ਸਕਦੇ ਹੋ, ਫੰਡ ਮੈਨੇਜਰ, ਕਿ ਜਿਹੜਾ ਫੰਡ ਤੁਸੀਂ ਲੈ ਰਹੇ ਹੋ ਉਹਨੂੰ ਜੋ ਬੰਦਾ ਚਲਾ ਰਿਹਾ ਉਹ ਬਾਰ-ਬਾਰ ਤਾਂ ਨਹੀਂ ਬਦਲ ਰਿਹਾ, ਕਿਉਂਕਿ ਹਰ ਬੰਦਾ ਇੱਕ ਤਰ੍ਹਾਂ ਨਹੀਂ ਸੋਚ ਸਕਦਾ। ਤੁਸੀਂ ਇੱਕ ਤਰ੍ਹਾਂ ਦੇ ਥਾਟ ਪ੍ਰੋਸੈਸ ਚਾਹੋਗੇ, ਮੈਂ ਇੱਕ ਤਰ੍ਹਾਂ ਦੇ ਥਾਟ ਪ੍ਰੋਸੈਸ ਚਾਹੂੰਗਾ। ਮੈਨੂੰ ਬੈਂਕ ਬੜੇ ਵਧੀਆ ਲੱਗਣਗੇ, ਤੁਹਾਨੂੰ ਆਟੋਮੋਬਾਈਲ ਬਹੁਤ ਵਧੀਆ ਲੱਗੂਗੀ। ਠੀਕ ਹੈ ਨਾ। ਤਾਂ ਫੰਡ ਮੈਨੇਜਰ ਅਗਰ ਬਾਰ-ਬਾਰ ਬਦਲ ਰਿਹਾ ਤਾਂ ਅੱਛਾ ਸਾਈਨ ਨਹੀਂ ਹੈ। ਕੁਝ ਫੰਡ ਨੇ 18 19 ਸਾਲ ਤੋਂ ਇੱਕੋ ਹੀ ਬੰਦਾ ਬੈਠਾ। ਉਹ ਕਿਵੇਂ ਪਤਾ ਲੱਗੂਗਾ ਆਪਾਂ ਨੂੰ? ਉਹ ਵੈਬਸਾਈਟਸ ਹੈ ਆਨਲਾਈਨ, ਰੂਪੀ ਵੈਸਟ ਕਰਕੇ ਇੱਕ ਵੈਬਸਾਈਟ ਹੈ, ਉਸ ਤੇ ਜਾਓ, ਟਿਕਟ ਟੇਪ ਤੇ ਸਕਰੀਨਰ ਹੈ ਮਿਊਚੁਅਲ ਫੰਡ ਦਾ। ਉਸ ਤੋਂ ਬਾਅਦ advisorkhoj.com ਕਰਕੇ ਇੱਕ ਵੈਬਸਾਈਟ ਹੈ, ਇਹਨਾਂ ਤੇ ਤੁਹਾਨੂੰ ਕਿਊਮੂਲੇਟਿਵ ਮਿਲ ਜਾਂਦਾ। ਉਸ ਤੋਂ ਬਾਅਦ ਅਗਰ ਤੁਸੀਂ ਇੱਕ ਫੰਡ ਚੂਜ਼ ਕਰ ਲਿਆ, ਗੂਗਲ ਤੇ ਜਾਓ, ਫੰਡ ਦਾ ਨਾਮ ਪਾਓ, ਨਾਲ ਫੈਕਟ ਸ਼ੀਟ ਪਾ ਦਿਓ, ਉਹ ਫੰਡ ਦੀ ਫੈਕਟ ਸ਼ੀਟ ਮਿਲ ਜੂਗੀ। ਉਹਦੇ ਵਿੱਚ ਫੰਡ ਵੱਲੋਂ ਪੂਰਾ ਦਸਤਾਵੇਜ਼ ਦਿੱਤਾ ਹੁੰਦਾ। ਓਕੇ। ਕਿੰਨੇ ਪੈਸੇ, ਕੀ ਕੁਝ ਖਰੀਦਿਆ ਹੋਇਆ, ਕਿਵੇਂ ਹੈ। ਠੀਕ ਹੈ। ਇੱਕ ਤੁਸੀਂ ਇਹ ਦੇਖਣਾ ਹੈ ਕਿ ਡਾਇਵਰਸੀਫਾਈਡ ਬਹੁਤ ਜ਼ਿਆਦਾ ਤਾਂ ਨਹੀਂ ਹੈ। ਡਾਇਵਰਸੀਫਿਕੇਸ਼ਨ ਦਾ ਕੀ ਮਤਲਬ ਹੈ ਕਿ ਉਹਨੇ ਬੈਂਕ ਵੀ ਖਰੀਦਿਆ, ਉਹਨੇ ਆਟੋਮੋਬਾਈਲ ਵੀ ਖਰੀਦਿਆ, ਉਹਨੇ ਲੋਹਾ ਵੀ ਖਰੀਦਿਆ, ਉਹਨੇ IT ਵੀ ਖਰੀਦਿਆ। ਅਗਰ ਪੈਸਾ ਬਹੁਤ ਜਗ੍ਹਾ ਫੈਲਿਆ ਹੋਇਆ ਤਾਂ ਰਿਟਰਨਸ ਘੱਟ ਹੋਣ ਦੇ ਚਾਂਸਸ ਹੈ। ਠੀਕ ਹੈ ਨਾ। ਅਗਰ ਉਹ ਬੜਾ ਸਿਸਟਮੈਟਿਕਲੀ ਫੈਲਿਆ ਹੋਇਆ, ਮਤਲਬ ਇੱਕ ਚੀਜ਼ ਦੂਸਰੇ ਦੇ ਕੰਪੈਨੀਅਨ ਦੇ ਨਾਲ ਨਹੀਂ ਚੱਲ ਰਹੀ, ਹੁਣ ਜਿਵੇਂ ਅਗਰ ਲੋਹੇ ਦੀ ਪ੍ਰਾਈਸ ਹੈ ਤਾਂ ਆਟੋਮੋਬਾਈਲ ਤੇ ਵੀ ਫਰਕ ਪਏਗਾ। IT ਹੈ ਔਰ ਡਾਲਰ ਨਾਲ ਉਹਦਾ ਫਰਕ ਪੈਂਦਾ, ਉਹਦੇ ਨਾਲ ਹੋਰ ਚੀਜ਼ਾਂ ਨੂੰ ਫਰਕ ਪੈਂਦਾ। ਤਾਂ ਅਗਰ ਉਹ ਆਪਸ 'ਚ ਕੋਰਸਪੋਂਡਿੰਗ ਹੀ ਹੈਗੀਆਂ ਨੇ ਤਾਂ ਉਹ ਤੁਹਾਡੀ ਰਿਟਰਨ ਓਬਵੀਅਸਲੀ ਘੱਟ ਹੋਏਗੀ। ਤਾਂ ਤੁਹਾਡਾ ਪੋਰਟਫੋਲੀਓ ਡਾਇਵਰਸੀਫਾਈ ਹੋਣਾ ਚਾਹੀਦਾ, ਮਤਲਬ ਅਲੱਗ-ਅਲੱਗ ਸੈਕਟਰਸ ਤੁਹਾਡੇ ਪੋਰਟਫੋਲੀਓ 'ਚ ਹੋਣੇ ਚਾਹੀਦੇ ਨੇ, ਪਰ ਬਹੁਤ ਸਾਰੇ ਵੀ ਨਹੀਂ ਹੋਣੇ ਚਾਹੀਦੇ। ਠੀਕ ਹੈ ਜੀ। ਫਿਰ ਤੁਸੀਂ ਆਖਿਰ ਤੇ ਇੱਕ ਚੀਜ਼ ਦੇਖਦੇ ਹੋ, ਟੋਟਲ ਐਕਸਪੈਂਸ ਰੇਸ਼ੀਓ। ਐਕਸਪੈਂਸ ਰੇਸ਼ੀਓ ਆਪਾਂ ਪਹਿਲਾਂ ਵੀ ਦੱਸਿਆ ਕਿ ਸਾਲਾਨਾ ਖਰਚਾ ਕਿੰਨਾ ਤੁਹਾਨੂੰ ਪੈਣਾ। ਠੀਕ ਹੈ। ਐਕਸਪੈਂਸ ਰੇਸ਼ੀਓ ਦੇ ਨਾਲ ਤੁਸੀਂ ਕੰਪੇਅਰ ਕਰਨਾ ਕਿ ਅਗਰ ਤਾਂ ਫੰਡ ਬਹੁਤ ਵਧੀਆ ਪਰਫਾਰਮ ਕਰ ਰਿਹਾ ਹੈ ਤਾਂ ਲੈ ਲੈਣਾ ਯਾਰ ਐਕਸਪੈਂਸ ਰੇਸ਼ੀਓ, ਕਿਆ ਫਰਕ ਪੈਂਦਾ। ਜੇ ਤੂੰ ਮੈਨੂੰ 30-32% ਦੇ ਰਿਹਾ ਤਾਂ ਮੈਂ ਤੈਨੂੰ 1% ਦੇ ਦੂੰਗਾ। ਪਰ ਕਈ ਬਹੁਤ ਸਾਰੇ ਇਹੋ ਜਿਹੇ ਫੰਡ ਨੇ ਰਿਟਰਨ ਮਿਲਦੀ ਹੈ 12-13% ਦੀ, ਐਕਸਪੈਂਸ ਰੇਸ਼ੀਓ 4-4% ਤੱਕ ਰੱਖਿਆ ਹੁੰਦਾ। ਤਾਂ ਇਹ ਸਾਰੇ ਪੈਰਾਮੀਟਰਸ ਨੂੰ ਜਦੋਂ ਇਕੱਠਾ ਦੇਖੋਗੇ ਤਾਂ ਇੱਕ ਤੁਹਾਡਾ ਡਿਸੀਜਨ ਔਰ ਚਾਂਸ ਮਿਊਚੁਅਲ ਫੰਡ ਲੈਣ ਦਾ ਬਹੁਤ ਬੈਟਰ ਹੋ ਜਾਏਗਾ। ਇਹ ਪੈਰਾਮੀਟਰਸ ਨੇ ਜਿਨ੍ਹਾਂ ਤੇ ਤੁਸੀਂ ਚੈੱਕ ਕਰੋ। ਸਕਰੀਨਰਸ ਤੇ ਜਾਓ, ਮੈਂ ਦੱਸਦਾ ਤੁਹਾਨੂੰ, ਟਿਕਟ ਟੇਪ ਹੈ, ਰੂਪੀ ਵੈਸਟ ਹੈ, ਉਸ ਤੋਂ ਬਾਅਦ ਐਡਵਾਈਜ਼ਰ ਖੋਜ ਹੈ, ਗਰੋ ਤੇ ਹੈ। ਤੁਹਾਨੂੰ ਇਹਨਾਂ ਸਾਰਿਆਂ ਤੇ ਇਹ ਮਿਊਚੁਅਲ ਫੰਡ ਦੇ ਬਾਰੇ ਇਨਫੋਰਮੇਸ਼ਨ ਮਿਲ ਜਾਏਗੀ। ਤੇ ਇਸ ਟਾਈਮ ਵੈਸੇ ਤੁਹਾਨੂੰ ਕੀ ਲੱਗਦਾ ਕਿ ਇੰਡੀਆ ਦੇ ਵਿੱਚ ਕਿਹੜੇ ਮਿਊਚੁਅਲ ਫੰਡ ਚੰਗੇ ਨੇ? ਦੇਖੋ ਜਿਨ੍ਹਾਂ ਦੇ ਮੈਂ ਅੱਖ ਰੱਖੀ, ਇੱਕ ਤਾਂ ਫਲੈਕਸੀ ਕੈਪ, ਉਹਦੇ ਵਿੱਚ ਕੀ ਹੁੰਦਾ ਕਿ ਉਹ ਆਪਣਾ ਕੰਪਨੀਜ਼ ਨੂੰ ਬਦਲਦੇ ਰਹਿੰਦੇ ਨੇ। ਹਾਂ, ਇਸੇ ਤੋਂ ਯਾਦ ਹੈ ਇੱਕ ਹੋਰ ਚੀਜ਼ ਤੁਸੀਂ ਦੇਖ ਸਕਦੇ ਹੋ ਕਿ 2 ਤਰ੍ਹਾਂ ਦੇ ਹੁੰਦੇ ਨੇ, ਇੱਕ ਐਕਟਿਵ ਟ੍ਰੇਡ ਹੁੰਦਾ, ਇੱਕ ਐਕਟਿਵ ਫੰਡ ਹੁੰਦਾ, ਇੱਕ ਪੈਸਿਵ ਫੰਡ ਹੁੰਦਾ। ਐਕਟਿਵ ਫੰਡ ਹੁੰਦਾ ਬਾਰ-ਬਾਰ ਖਰੀਦੇ ਵੇਚਦੇ ਰਹਿੰਦੇ, ਇੱਕ ਪੈਸਾ ਹੁੰਦਾ ਕਿ ਲੱਗ ਗਏ ਤਾਂ ਲੱਗ ਗਏ। ਜਦੋਂ ਤੁਸੀਂ ਸਟੈਟਿਸਟਿਕਸ ਚੈੱਕ ਕਰੋਗੇ ਨਾ, ਉਹਦੇ ਵਿੱਚ ਪੋਰਟਫੋਲੀਓ ਟਰਨਿੰਗ ਹੁੰਦੀ ਹੈ ਇੱਕ, ਕਿ ਕਿੰਨੀ ਵਾਰੀ ਇਹਨਾਂ ਨੇ ਆਪਣੇ ਸਟਾਕਸ ਬਦਲੇ ਨੇ, ਉਹ ਘੱਟ ਹੋਣੀ ਚਾਹੀਦੀ ਹੈ। ਕਿ ਜਿਹੜੇ ਇਹਨਾਂ ਨੇ ਸਟਾਕਸ ਹੋਲਡ ਕੀਤੇ ਹੋਏ ਨੇ ਉਹ ਦੇਖ ਕੇ ਹੋਲਡ ਕੀਤੇ ਹੋਏ ਨੇ, ਇਹਨਾਂ ਨੂੰ ਪਤਾ ਹੈ। ਕਈ ਫੰਡਸ ਮਿਲਣਗੇ 200 300%, ਮਤਲਬ ਇੱਕ ਸਾਲ 'ਚ 3 ਵਾਰੀ ਆਪਣਾ ਪੂਰਾ ਪੋਰਟਫੋਲੀਓ ਬਦਲ ਚੁੱਕਾ ਫੰਡ ਮੈਨੇਜਰ, ਉਹਨੂੰ ਆਪਣੇ ਹੀ ਖਰੀਦੇ ਹੋਏ ਤੇ ਸ਼ੱਕ ਹੈ। ਤਾਂ ਉਹ ਫੰਡਸ ਤੋਂ ਬਚ ਕੇ ਰਹਿਣਾ। ਇਹ ਵੀ ਗਲਤ ਸਾਈਨ ਹੈ ਫਿਰ। ਹਾਂ, ਇਹ ਬਹੁਤ ਗਲਤ ਸਾਈਨ ਹੈ, ਕਿਉਂਕਿ ਉਹ ਤੁਹਾਡੇ ਪੈਸੇ ਨਾਲ ਟ੍ਰੇਡ ਥੋੜ੍ਹਾ ਨਾ ਕਰੇਗਾ। ਉਹ ਇਨਵੈਸਟ ਕਰ ਰਿਹਾ ਲੌਂਗ ਟਰਮ ਲਈ, ਟ੍ਰੇਡ ਨਹੀਂ ਕਰਨਾ ਨਾ ਉਹਨੇ। ਟ੍ਰੇਡ ਤਾਂ ਤੁਸੀਂ ਉਹ ਕਰ ਲਓ, ਤੁਹਾਡਾ ਰਿਸਕ ਤਾਂ ਹੋਊਗਾ। ਹਾਂ, ਸਹੀ ਗੱਲ। ਤੇ ਇਸ ਵੇਲੇ ਫਲੈਕਸੀ ਫੰਡ ਅੱਛਾ ਹੈ, ਮਲਟੀ ਕੈਪ ਅੱਛੇ ਨੇ,
थोड़ा जिहा रिस्क ज़्यादा लेना तो स्मॉल कैप अच्छे हैं या निफ्टी 20 क्योंकि वो निफ्टी 50 ਤੇ ਟ੍ਰੇਡ ਕਰਦਾ ਹੈ। ਇੰਡੈਕਸ ਫੰਡਸ ਅੱਛੇ ਹੈ ਤੇ ਕੁਝ ਜਿਹੜੇ ਸਮਾਲ ਕੈਪ ਮਿਡ ਕੈਪ ਦੇ ਨੇ ਉਹ ਅੱਛੇ ਨੇ। ਲਾਰਜ ਕੈਪ ਥੋੜਾ ਇਹ ਹੈ ਕਿ ਹਾਂ ਪੀਪਲ ਹੂ ਡੋਂਟ ਵਾਂਟ ਮੋਰ ਰਿਸਕ ਥੋੜੀ ਜਿਹੀ ਘੱਟ ਰਿਟਰਨਸ ਤਾਂ ਉਹ ਲਾਰਜ ਕੈਪ ਕਰਨੀ ਵੀ ਦੇਖ ਸਕਦਾ ਹੈ। ਓਕੇ ਜੀ ਸੋ ਮੇਨ ਇਹ ਹੈਗਾ ਇਹ ਮੇਨ ਮਤਲਬ ਪੈਰਾਮੀਟਰਸ ਤੇ ਤੁਸੀਂ ਹੈਗੇ ਆ। ਫਾਈਂਡ ਕਰਨਾ ਹੈ। ਇਹੀ ਮਿਹਨਤ ਹੈ, ਇਹੀ ਥੋੜੇ ਜਿਹੇ ਤੁਹਾਡੇ ਐਫਰਟਸ ਲੱਗਣਗੇ, ਇਹੀ ਐਫਰਟਸ ਨਾਲ ਤੁਸੀਂ ਆਪਣਾ ਪੈਸਾ ਸੇਫਗਾਰਡ ਕਰ ਸਕਦੇ ਹੋ। ਤੇ ਇੱਕ ਤਾਂ ਹੋ ਗਈ ਆਪਾਂ ਸਿੱਧੀ ਨੌਲੇਜ ਦੇ ਹੀ ਰਹੇ ਕਿ ਲੋਕ ਆਪਣੇ ਜਿੱਦਾਂ ਤੁਸੀਂ ਦੱਸਿਆ ਸੀ ਕਿ ਆਪਾਂ ਮੱਛੀ ਫੜਨੀ ਸਿਖਾਉਣੀ ਹੈ ਹਨਾ। ਹਾਂਜੀ ਹਾਂਜੀ ਉਹੀ ਗੱਲ ਪਿਛਲੇ ਐਪੀਸੋਡ ਪਹਿਲੋਂ ਗੱਲ ਸੀ। ਤੇ ਜੇ ਨਹੀਂ ਤਾਂ ਫਿਰ ਉਹ ਕੰਸਲਟੈਂਟ ਨੂੰ ਕੰਸਲਟ ਕਰਨ ਤੁਹਾਡੇ ਵਰਗਿਆਂ ਨੂੰ ਕਿੱਦਾਂ ਫਿਰ ਅਗਲੇ ਹੈਗੇ ਨੇ ਫਾਈਨੈਂਸ਼ੀਅਲ ਕੰਸਲਟੈਂਟਸ। ਤੁਸੀਂ ਫਾਈਨੈਂਸ਼ੀਅਲ ਕੰਸਲਟੈਂਟਸ ਦੇਖੋ ਬੈਂਕਸ ਵੀ ਕਰਦੇ ਨੇ, ਮੇਰੀ ਬੈਂਕਸ ਨਾਲ ਕੋਈ ਲੜਾਈ ਨਹੀਂ ਹੈ, ਬਟ ਮੈਂ ਜਨਰਲੀ ਜੋ ਦੇਖਿਆ ਉਹ ਆਪਣੀ ਕਮਿਸ਼ਨ ਪਿੱਛੇ ਭੱਜਦੇ ਨੇ, ਉਹ ਸਹੀ ਨਹੀਂ ਨੇ। ਬਾਕੀ ਮੇਰੇ ਵਰਗੇ ਫਾਈਨੈਂਸ਼ੀਅਲ ਕੰਸਲਟੈਂਟ ਦੇਖੋ ਰਜਿਸਟਰਡ ਹੈ, ਉਹਨਾਂ ਦੀ ਇਨਫੋਰਮੇਸ਼ਨ ਕੀ ਹੈ ਤੇ ਉਹਨਾਂ ਦੀ ਆਈਡੀਓਲੋਜੀ ਸਮਝੋ ਕਿ ਉਹ ਕਿਵੇਂ ਪੈਸਾ ਜਾਂ ਕਿਵੇਂ ਤੁਹਾਡਾ ਗੋਲ ਡਿਫਾਈਨ ਕਰਦੇ ਨੇ। ਤੁਹਾਡਾ ਥਾਟ ਪ੍ਰੋਸੈਸ ਤੇ ਜਿਹਨੂੰ ਤੁਸੀਂ ਕੰਸਲਟ ਕਰ ਰਹੇ ਹੋ ਉਹਦਾ ਥਾਟ ਪ੍ਰੋਸੈਸ ਮਿਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤਾਂ ਹੀ ਜਿਨ੍ਹਾਂ ਨੇ ਲੋਕਾਂ ਨੇ ਆਪਣੇ ਪੋਡਕਾਸਟ ਦੇਖ ਕੇ ਮੈਨੂੰ ਕੰਟੈਕਟ ਕੀਤਾ ਉਹਨਾਂ ਨਾਲ ਮੈਂ ਪਹਿਲਾਂ ਮਤਲਬ ਮੈਂ ਉਹਨਾਂ ਨੂੰ ਕੋਈ ਚਾਰਜ ਨਹੀਂ ਹੈ। ਇਟ ਇਜ਼ 1-on-1 ਜਦ ਮਰਜ਼ੀ ਤੁਸੀਂ ਮੈਨੂੰ ਕਹੋ, ਮੈਂ ਜਿਵੇਂ ਫਰੀ ਹਾਂ ਮੈਂ ਤੁਹਾਡੇ ਨਾਲ ਸਾਹਮਣੇ ਬੈਠ ਕੇ ਗੱਲ ਕਰਨ ਨੂੰ ਕਰਦਾ ਤਾਂ ਕਿ ਸਾਨੂੰ ਇਹ ਸਮਝ ਆ ਸਕੇ ਕਿ ਕਿਆ ਤੁਸੀਂ ਮੇਰੀ ਆਈਡੀਓਲੋਜੀ ਜਾਂ ਮੇਰੇ ਦਿਮਾਗ ਜਾਂ ਮੈਨੂੰ ਜਿਸ ਤਰੀਕੇ ਨਾਲ ਸਮਝ ਆਇਆ ਤੁਸੀਂ ਸਮਝ ਪਾ ਰਹੇ ਹੋ। ਤੇ ਜੇ ਤੁਸੀਂ ਉਹ ਚੀਜ਼ਾਂ ਸਮਝ ਪਾ ਰਹੇ ਹੋ ਤਾਂ ਮੈਂ ਤੁਹਾਡੇ ਲਈ ਸਹੀ ਹਾਂ। ਜੇ ਤੁਹਾਡਾ ਥਾਟ ਪ੍ਰੋਸੈਸ ਅਲੱਗ ਹੈ ਔਰ ਮੇਰਾ ਥਾਟ ਪ੍ਰੋਸੈਸ ਅਲੱਗ ਹੈ ਤਾਂ ਆਈ ਵੋਂਟ ਰਿਕਮੈਂਡ ਤੁਸੀਂ ਮੇਰੇ ਨਾਲ ਕਰੋ। ਕੰਸਲਟੈਂਟਸ ਬਹੁਤ ਘੱਟ ਹੈ, ਠੀਕ ਹੈ ਨਾ। ਮੈਂ ਉਸੇ ਕਰਕੇ ਆਰ ਬਣਿਆ ਸੀਗਾ। ਇਨਵੈਸਟਮੈਂਟ ਐਡਵਾਈਜ਼ਰੀ ਪਾਰਟ 1 ਹੋ ਚੁੱਕਾ, ਹੁਣ 2 ਵੀ ਬਣ ਰਿਹਾ ਮੈਂ ਆਪਣੇ ਆਪ ਨੂੰ। ਅਗਲੇ ਮਹੀਨੇ ਪੇਪਰ ਹੈ ਮੇਰੇ। ਤੇ ਇਹ ਸਾਰਾ ਕੰਮ ਮੈਂ ਸਿਰਫ ਇਸ ਕਰਕੇ ਕਰ ਰਿਹਾ ਤਾਂ ਕਿ ਇਨ ਫਿਊਚਰ ਮੈਂ ਚਾਹੁੰਦਾ ਕਿ ਮੈਂ ਪੋਰਟਫੋਲੀਓ ਮੈਨੇਜਮੈਂਟ ਸਰਵਿਸ ਜਾਂ ਪੋਰਟਫੋਲੀਓ ਸਰਵਿਸ ਜੋ 50 ਲੱਖ ਤੋਂ ਉੱਪਰ ਹੈ ਮੈਂ ਲੋਕਾਂ ਨੂੰ 50 ਲੱਖ ਤੋਂ ਥੱਲੇ ਪ੍ਰੋਵਾਈਡ ਕਰ ਸਕਾਂ। ਕਿਉਂਕਿ ਇਹ ਬਹੁਤ ਕਰੂਸ਼ੀਅਲ ਚੀਜ਼ ਹੈ। ਲੋਕੀ ਇੰਸ਼ੋਰੈਂਸ ਨਹੀਂ ਲੈਂਦੇ। ਹੈਲਥ ਇੰਸ਼ੋਰੈਂਸ ਇੱਕ ਛੋਟੀ ਜਿਹੀ ਚੀਜ਼ ਹੈ, ਮੇਰੇ ਹਿਸਾਬ ਨਾਲ 5-6 ਹਜ਼ਾਰ 7 ਹਜ਼ਾਰ ਦੀ ਏਜ ਵਾਈਜ਼ ਹੈ, ਮਤਲਬ ਬਹੁਤ ਥੋੜਾ ਜਿਹਾ ਪ੍ਰੀਮੀਅਮ ਲੱਗਦਾ ਪਰ ਜਿਸ ਦਿਨ ਮੁਸੀਬਤ ਆਉਂਦੀ ਹੈ ਉਸ ਤੋਂ ਵਧੀਆ ਕੁਛ ਨਹੀਂ ਹੈ। ਉਹ ਇਹ ਪਾਲਿਸੀਜ਼ ਕਿਵੇਂ ਤੁਸੀਂ ਆਪਣੇ ਪੈਸੇ ਨੂੰ ਅੱਗੇ ਆਪਣੇ ਕੋਲ ਹਾਲੇ ਹੋ ਰਿਹਾ ਅਸੀਂ ਦੇਖਾਂਗੇ ਕਿਵੇਂ ਹੈਲਥ ਇੰਸ਼ੋਰੈਂਸ ਲੈਣੀ ਹੈ, ਕਿਵੇਂ ਤੁਸੀਂ ਆਪਣਾ ਐਕਸੀਡੈਂਟ ਕਵਰਸ ਕੀ ਕਰ ਸਕਦੇ ਹੋ। ਲੋਕੀ ਕ੍ਰੈਡਿਟ ਕਾਰਡਸ ਨਾਲ ਬਹੁਤ ਕੁਝ ਕਰਦੇ ਹਨ। ਕ੍ਰੈਡਿਟ ਕਾਰਡਸ ਬਹੁਤ ਵਧੀਆ ਕਿ ਇਹਨਾਂ ਦੀ ਇੰਪੋਰਟੈਂਸ ਕੀ ਹੈ ਸਾਡੇ ਲਈ। ਤਾਂ ਮਨੀ ਯੂਸੇਜ ਆਪਣੀ ਬਹੁਤ ਤਰੀਕੇ ਨਾਲ ਹੋ ਸਕਦੀ ਹੈ। ਯੂ ਜਸਟ ਨੀਡ ਟੂ ਬੀ ਸਮਾਰਟ ਵਿਦ ਮਨੀ। ਡਰਨ ਦੀ ਲੋੜ ਨਹੀਂ ਹੈ। ਜਿੱਦਾਂ ਕਈ ਸਵਾਲ ਹੈਗੇ ਕਿ ਰੈਂਟ ਕਰੋ ਜਾਂ ਆਪਣਾ ਘਰ ਲਓ, ਹਾਂ ਇਦਾਂ ਦੀ ਬੜੀਆਂ ਨਾ ਕੁਝ ਦਿਨ ਪਹਿਲਾਂ ਹੀ ਆਇਆ ਸੀਗਾ। ਹੁਣ ਮੇਰਾ ਜਿਹੜਾ ਆਹ ਵਾਲਾ ਆਫਿਸ ਹੈ ਇਹਦਾ ਆਪਣਾ 30,000 ਰੁਪਇਆ ਰੈਂਟ ਹੈ ਕਿਉਂਕਿ ਇਹ ਹਾਈਵੇ ਤੇ ਹੈ। ਇਹਦੀ ਅਰਾਊਂਡ 3 CR ਦੇ ਆਸ-ਪਾਸ ਦੀ ਵੈਲਿਊਏਸ਼ਨ ਅਗਰ ਤੁਸੀਂ ਲਗਾ ਕੇ ਚਲੋ, ਮੇਰਾ 100 ਸਾਲ ਦਾ ਕਿਰਾਇਆ ਹੈ। ਆਪਾਂ ਕੰਪਾਊਂਡਿੰਗ ਕਰਦੇ ਰਹੀਏ, ਵਧਾਉਂਦੇ ਰਹੀਏ ਥੋੜਾ ਤਾਂ ਮਿਨੀਮਮ 50 ਸਾਲ ਦਾ ਕਿਰਾਇਆ ਐਂ ਲਾ ਲੈਂਦੇ ਹਾਂ। ਅੱਧਾ ਟਾਈਮ ਕਰ ਲੈਂਦੇ ਹਾਂ, ਜ਼ਿਆਦਾ ਦਾ ਹੋਊਗਾ ਕੈਲਕੂਲੇਸ਼ਨ ਦੇ ਅੱਧੇ 50 ਸਾਲ ਦਾ ਕਿਰਾਇਆ ਮੈਂ ਕਿਉਂ ਖਰੀਦਾਂ। ਸਹੀ ਗੱਲ ਹੈ। ਖਰੀਦੋ ਉਹ ਜਦੋਂ ਐਕਸਟਰਾ ਫੰਡ ਪਏ ਨੇ। ਖਰੀਦੋ ਰੀਅਲ ਏਸਟੇਟ ਜਦੋਂ ਤੁਸੀਂ ਉਸ ਚੋਂ ਇਨਕਮ ਕਮਾਣੀ ਹੋਵੇ। ਇਨਵੈਸਟਮੈਂਟ ਦੇ ਪੁਆਇੰਟ ਤੁਸੀਂ ਇਹ ਦੇਖੋ ਕਿ ਅਮੀਰ ਬਣਨ ਲਈ ਰੀਅਲ ਏਸਟੇਟ ਕੋਈ ਨਹੀਂ ਖਰੀਦਦਾ। ਅਮੀਰ ਰੀਅਲ ਏਸਟੇਟ ਖਰੀਦਦੇ ਨੇ। ਉਹਦਾ ਕਾਰਨ ਇਹ ਹੈ ਕਿ ਰੀਅਲ ਏਸਟੇਟ ਵੇਚਣ ਵਾਲਾ ਅਮੀਰ ਹੋ ਜਾਂਦਾ ਕਮਿਸ਼ਨ ਤੋਂ, ਪਰ ਕੋਈ ਖਰੀਦਦਾ ਇਸ ਕਰਕੇ ਨਹੀਂ ਅਮੀਰ ਹੋਣ ਨੂੰ, ਸਪੈਸ਼ਲੀ ਹਿੰਦੁਸਤਾਨ ਦੇ ਵਿੱਚ। ਸਹੀ ਗੱਲ। ਅਸੀਂ US ਵਗੈਰਾ ਦੇ ਇਨਫਲੂਐਂਸਰਸ ਨੂੰ ਦੇਖਦੇ ਹਾਂ ਕਿ ਉਹ ਰੀਅਲ ਏਸਟੇਟ ਮੋਗਲ ਬਣਿਆ ਹੋਇਆ ਜੀ। ਉਹਨੇ ਉਹ ਆਹ ਬਿਲਡਿੰਗ ਖਰੀਦੀ, ਇਹਨੂੰ ਮੌਰਗੇਜ ਕਰਕੇ ਉਹ ਖਰੀਦ ਲਈ। ਉਹਨਾਂ ਦੇ ਟੈਕਸ ਰਜੀਮ ਦਾ ਉਹਨਾਂ ਦੇ ਫੰਡੇ ਨੇ, ਸਾਡੇ ਇੱਥੇ ਨਹੀਂ ਚੱਲਦੇ। ਤਾਂ ਰੀਅਲ ਏਸਟੇਟ ਜਿਹੜੇ ਅਮੀਰ ਹੋ ਚੁੱਕੇ ਨੇ ਉਹ ਖਰੀਦਦੇ ਨੇ। ਤਾਂ ਤੁਸੀਂ ਰੀਅਲ ਏਸਟੇਟ ਅਗਰ ਖਰੀਦਦੇ ਹੋ, ਇਫ ਯੂ ਹੈਵ ਦੈਟ ਮਚ ਮਨੀ ਤੁਹਾਡੇ ਕੋਲ ਐਕਸਟਰਾ ਪਿਆ, ਉਸ 'ਚੋਂ ਇਨਵੈਸਟਮੈਂਟ ਨੂੰ ਅਗਰ ਤੁਸੀਂ ਕਰ ਰਹੇ ਹੋ ਤਾਂ ਰੈਂਟ 'ਚ ਅਰਨ ਕਰਨ ਦੀ ਕੋਸ਼ਿਸ਼ ਕਰੋ, ਉਹਦੇ 'ਚੋਂ ਪੈਸਾ ਕਰੋ। ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਅਲੱਗ-ਅਲੱਗ ਵਰਟੀਕਲ ਹੋਣੇ ਚਾਹੀਦੇ ਨੇ। ਹਾਂ, ਇੱਕ ਵਰਟੀਕਲ ਨਾਲ ਨਹੀਂ ਗੱਲ ਹੈ। ਪੈਸਾ ਐਕਟਿਵ ਕਰਨਾ ਸ਼ੁਰੂ ਕਰੋ ਨਾ। ਜਿਹੜਾ ਤੁਸੀਂ ਇੱਕ ਅਲੱਗ ਦੂਸਰੀ ਜਗ੍ਹਾ ਤੋਂ ਪੈਸਾ ਕਮਾ ਰਹੇ ਹੋ ਉਹਨੂੰ ਚਾਹੇ ਇਨਵੈਸਟ ਕਰ ਲਓ। ਤੁਹਾਡੀ ਜਿਹੜੀ ਹੁਣ ਜੋਬ ਆ ਉਹ ਤਾਂ ਚੱਲ ਰਹੀ ਹੈ ਨਾ। ਬਿਲਕੁਲ।
ਛੋਟੇ-ਛੋਟੇ ਬਹੁਤ ਕੰਮ ਨੇ ਇਹੋ ਜਿਹੇ ਜਿਹੜੇ ਮਿਲ ਜਾਂਦੇ ਨੇ, ਜਿਹਦੇ ਨਾਲ ਤੁਸੀਂ ਆਪਣਾ ਐਕਟਿਵਲੀ ਸਾਈਡ ਮਨੀ ਦੇ ਨਾਲ ਤੁਸੀਂ ਕਰ ਸਕਦੇ ਹੋ ਇਨਵੈਸਟਮੈਂਟ ਸ਼ੁਰੂ। ਨਹੀਂ ਸਹੀ ਆ, ਮਤਲਬ ਆਪਾਂ ਨੂੰ ਵੀ ਪੈਰਾਮੀਟਰਸ ਪਤਾ ਲੱਗ ਗਿਆ ਇਸ ਮਿਊਚੁਅਲ ਫੰਡ ਤੇ ਅੱਗੇ ਅਸੀਂ ਹੋਰ ਵੀ ਫਿਰ ਉਸ ਤਰੀਕੇ ਨਾਲ ਸੀਰੀਜ਼ ਨੂੰ ਲੈ ਕੇ ਜਾਵਾਂਗੇ। ਬਿਲਕੁਲ ਬਾਕੀ ਮੈਨੂੰ ਲੱਗਦਾ ਕਿ ਲੋਕੀ ਕਮੈਂਟ ਵੀ ਕਰਨ ਤੇ ਉਹ ਟੌਪਿਕ ਵੀ ਡਿਸਾਈਡ ਦੱਸਣ ਸਾਨੂੰ ਕਿ ਕਿਹੜੇ ਟੌਪਿਕ ਤੇ ਉਹ ਬਿਲਕੁਲ ਮਤਲਬ ਇਹਦੀ ਡਿਸਕਸ਼ਨ ਸੁਣਨਾ ਤੁਸੀਂ ਇਸ ਪੋਡਕਾਸਟ ਨੂੰ ਐਵੇਂ ਲੈ ਲਓ ਕਿ ਤੁਹਾਡਾ ਕੰਸਲਟੈਂਟ ਨਾਲ ਗੱਲ ਹੋ ਰਹੀ ਹੈ, ਤੁਸੀਂ ਕੀ ਪੁੱਛਣਾ ਚਾਹੁੰਦੇ ਹੋ। ਮੈਂ ਸਾਰੇ ਕਮੈਂਟ ਪੜ੍ਹਦਾ, ਆਈ ਗੋ ਥਰੂ, ਤੁਹਾਨੂੰ ਪਤਾ ਹੀ ਹੈ, ਆਪਣੀ ਡਿਸਕਸ਼ਨ ਹੁੰਦੀ ਹੋ ਰਹਿੰਦੀ ਹੈ। ਤੇ ਜੋ ਵੀ ਹੋ ਰਿਹਾ ਤੁਸੀਂ ਜੋ ਪੁੱਛਣਾ ਚਾਹੁੰਦੇ ਹੋ, ਕੋਈ ਵੀ ਦਿਮਾਗ 'ਚ ਆ ਰਿਹਾ ਤੁਸੀਂ ਪੁੱਛੋ, ਵਿਲ ਸਿਟ, ਆਪਾਂ ਬੈਸਟ ਟਰਾਈ ਕਰਾਂਗੇ ਤੁਸੀਂ ਤੁਹਾਨੂੰ ਕਿਵੇਂ ਆਨਸਰ ਕਰ ਸਕਦੇ ਹਾਂ। ਇਹ ਗੱਲ ਮੈਨੂੰ ਲੱਗਦਾ ਜਿਹੜੇ ਸਵਾਲ ਵੀ ਹੋਣਗੇ, ਕਮੈਂਟ ਵੀ, ਉਹਨਾਂ ਤੇ ਆਪਾਂ ਇੱਕ ਅਲੱਗ ਪੋਡਕਾਸਟ ਵੀ ਬਣਾ ਸਕਦੇ ਕਿ ਵੀ 5 ਸਵਾਲ ਆ ਤੇ ਆਪਾਂ ਉਹਨਾਂ ਦਾ ਜਵਾਬ ਦੇਣ ਲਈ ਕਰਨਾ। ਬਿਲਕੁਲ ਮੋਸਟ ਕਾਮਨ ਜਿਹੜੇ ਸਵਾਲ ਆਉਂਦੇ ਨੇ ਆਪਾਂ ਉਹਨਾਂ ਤੇ ਵੀ ਗੱਲ ਕਰ ਸਕਦੇ। ਗੱਲ ਨਹੀਂ ਸਕਦੀ ਐਟ ਦੀ ਐਂਡ ਆਫ ਦ ਡੇ ਮੈਂ ਤਾਂ ਇਸ ਕੰਸਲਟੈਂਟ ਬਣਨ ਦੀ ਕੋਸ਼ਿਸ਼ ਇਸੇ ਕਰਕੇ ਜਾਰੀ ਕੀਤੀ। ਮੈਂ ਜ਼ਿਆਦਾ 2 ਸਾਲ ਤੋਂ ਮੈਂ ਕੰਸਲਟੈਂਟ ਨੂੰ ਲੀਗਲੀ ਬਣਨ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਮੈਂ ਇੱਕ ਚੀਜ਼ ਦੇਖੀ, ਜਿਵੇਂ ਤੁਸੀਂ ਪੁੱਛ ਰਹੇ ਸੀਗੇ ਕਿ ਮਿਊਚੁਅਲ ਫੰਡ ਕਿਉਂ ਨਹੀਂ ਕਰਦੇ ਲੋਕ, ਕਿਉਂ ਨਹੀਂ ਕਰਦੇ, ਸਹੀ ਗੱਲ ਹੈ। ਕਿਉਂਕਿ ਜਦੋਂ ਜਿਵੇਂ ਤੁਸੀਂ ਸੁਣ ਰਹੇ ਹੋ, ਜਿਵੇਂ ਹੈਗਾ ਜਿਵੇਂ ਆਪਣੀ ਗੱਲ ਹੋ ਰਹੀ ਸੀ ਕਿ ਮੈਂ ਵੀ ਸ਼ੁਰੂ ਕਰਨਾ ਚਾਹੁੰਦਾ, ਕਿਉਂਕਿ ਐਂਡ ਆਫ ਦ ਡੇ ਅੱਛਾ ਹੋਰਾਈਜ਼ਨ ਦਿਖਦਾ ਹੈ ਕਿ ਹਾਂ ਯਾਰ ਕੁਛ ਬੈਟਰ ਹੈ। ਤਾਂ ਇਹ ਚੀਜ਼ਾਂ ਲੋਕਾਂ ਨੂੰ ਪਤਾ ਨਹੀਂ ਹੈ, ਤਾਂ ਹੀ ਮੈਂ ਸ਼ੁਰੂ ਕੀਤਾ ਸੀਗਾ ਕਿ ਮੈਂ ਲੋਕਾਂ ਨੂੰ ਦੱਸ ਸਕਾਂ। ਐਟਲੀਸਟ ਮੈਂ ਕਹਿੰਦਾ 10 ਦੀ ਵੀ ਹੈਲਪ ਕਰ ਲਾਂ ਤਾਂ ਵੀ ਬਹੁਤ ਹੈ। ਹਾਂ ਨਹੀਂ ਸਹੀ ਗੱਲ ਹੈ ਜੀ, ਮੇਨ ਤਾਂ ਅਵੇਅਰਨੈਸ ਹੈ ਕਿ ਲੋਕ ਤਾਂ ਹੀ ਉਹ ਆਪਣੀ ਉਸ ਕਰੰਟ ਸਿਚੁਏਸ਼ਨ ਨੂੰ ਤੋੜ ਕੇ ਇੱਕ ਅਗਲਾ ਸਟੈਪ ਅਗਲੇ ਪੜਾਅ ਤੇ ਪਹੁੰਚ ਸਕਦਾ। ਮੈਂ ਵੀ ਉਸੇ ਤਰੀਕੇ ਨਾਲ ਤੋੜ ਪਾਇਆ। ਮੈਂ ਵੀ ਤੁਹਾਨੂੰ ਦੱਸਿਆ ਪੈਸੇ ਨੇ ਬਹੁਤ ਨਚਾਇਆ ਮੈਨੂੰ, ਗੱਲ ਸ਼ੁਰੂ ਕੀਤੀ ਕਿ ਆਪਾਂ ਉੱਥੇ ਤੋਂ ਸ਼ੁਰੂ ਹੋਏ ਸੀਗੇ, ਪੈਸੇ ਤਾਂ ਨਚਾਇਆ। ਮੈਂ ਆਪਣੇ ਪਰਸਨਲ ਐਕਸਪੀਰੀਅੰਸ ਸ਼ੇਅਰ ਕੀਤੇ ਨੇ, ਮੈਂ ਕੋਈ ਕਿਤਾਬ 'ਚੋਂ ਪੜ੍ਹ ਕੇ ਨਹੀਂ ਆਇਆ। ਮੈਨੂੰ ਜਿਵੇਂ ਚੀਜ਼ਾਂ ਸਮਝ ਆਈਆਂ, ਜੋ ਮੈਂ ਕਰਕੇ ਦੇਖੀਆਂ ਨੇ, ਮੈਂ ਉਵੇਂ ਹੀ ਦੱਸ ਸਕਦਾ। ਠੀਕ ਹੈ ਨਾ, ਮੇਰੇ ਕੋਲ ਕੋਈ ਉਹ ਨਹੀਂ ਹੈਗਾ ਕਿ ਮੈਂ ਉਹ ਲਿਖਤੀ ਦੱਸੂਗਾ ਜਾਂ ਜੋ ਮੈਂ ਨਹੀਂ ਕੀਤਾ ਮੈਂ ਉਹ ਦੱਸੂਗਾ। ਸਹੀ ਗੱਲ, ਜੋ ਆਉਂਦਾ, ਜੋ ਮੈਨੂੰ ਪਤਾ ਮੈਂ ਉਹ ਦੱਸੂਗਾ। ਜੋ ਨਹੀਂ ਆਉਂਦਾ, ਜੋ ਆਪਣੀ ਯਾਦ, ਆਈ ਥਿੰਕ ਦੂਸਰੀ 'ਚ ਗੱਲ ਹੋਈ ਸੀ SWP ਦੀ, ਮੈਂ ਉਸ ਤੋਂ ਬਾਅਦ SWP 'ਤੇ ਬਹੁਤ ਸਰਚ ਕੀਤੀ, ਫਿਰ ਮੈਂ ਪਿਛਲੇ 2 ਮਹੀਨੇ ਕਰਕੇ ਦੇਖੀ, ਫਿਰ ਸਮਝ ਆਇਆ ਹੈ ਕਿ ਤਾਂ ਹੁਣ ਜਦੋਂ ਆਪਾਂ ਅਗਲੇ 'ਚ ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ। ਇੱਕ ਮੇਰਾ ਵੀ ਸਵਾਲ ਸੀ ਕਿ ਆਪਾਂ ਜੇ ਕਰੋੜਪਤੀ ਇੱਕ ਮਿਡਲ ਕਲਾਸ ਨੇ ਬਣਨਾ ਤਾਂ ਉਹਨੂੰ ਕਿੰਨਾ ਟਾਈਮ ਲੱਗੇਗਾ ਜੇ ਉਹ ਇਹ 'ਚ ਇਨਵੈਸਟ ਕਰੇਗਾ। ਇਹ ਹੁੰਦਾ ਨਹੀਂ ਕਿ ਥੰਬਨੇਲ ਦੀ ਲਾਈਨ ਵਧੀਆ ਤਰੀਕੇ 10 ਸਾਲ, 10 ਕਿੰਨੇ ਸਾਲ ਲੱਗੇ, 20,000 ਤੋਂ 20 ਆਪਾਂ ਮਤਲਬ ਚੈਨਲ ਹੁੰਦਾ 20,000 ਤੋਂ 10 ਸਾਲ ਦੇ ਵਿੱਚ ਬਣਾਏ 1 ਕਰੋੜਪਤੀ ਬਣੋ 20,000 ਇੱਦਾਂ ਦੀਆਂ ਲਾਈਨਾਂ ਹੁੰਦੀਆਂ। ਹਾਂ ਤੇ ਲੋਕ ਕਲਿੱਕ ਕਰਦੇ ਫਿਰ ਉਹ ਗੱਲ ਰਫਲੀ ਤੁਸੀਂ ਇਹ ਦੇਖੋ, ਆਪਾਂ ਕੈਲਕੂਲੇਟ ਕੀਤਾ ਸੀਗਾ ਕਿ ਜੇ ਆਪਾਂ 20,000 ਦੀ ਸਿਪ ਲਾਉਂਦੇ ਹਾਂ 10 years at 24-25% ਯੂ ਗੈਟ 1 ਕਰੋੜ ਰੁਪਏ। 1 ਕਰੋੜ ਮਿਲ ਜਾਂਦਾ। ਇਨਫਲੇਸ਼ਨ ਲਗਾ ਲਓ ਤਾਂ ਤੁਸੀਂ 80 ਕੁ ਲੱਖ ਤਾਂ ਤੁਹਾਨੂੰ ਮਿਲ ਹੀ ਜਾਣਗੇ, ਮਤਲਬ ਵੈਲਿਊ ਜਿਹੜੀ ਆ, ਨੰਬਰਸ ਨਹੀਂ, ਨੰਬਰ ਕਰੋੜ ਦੀ ਵੈਲਿਊ ਦੀ 80 ਅੱਜ ਕੱਲ੍ਹ ਦੇ 70-80 ਲੱਖ ਦੀ ਜੋ ਵੈਲਿਊ ਹੈ, ਉਹ ਅੱਜ ਤੋਂ 10 ਸਾਲ ਬਾਅਦ 1 ਕਰੋੜ ਦੀ ਵੈਲਿਊ ਹੋ ਜਾਏਗੀ। ਮੈਨੂੰ ਲੱਗਦਾ ਉਹੀ ਹੈ ਕਿ ਪੈਸੇ ਦੀ ਵੈਲਿਊ ਸਮਝਣ ਦੀ ਲੋੜ ਹੈ, ਨਾ ਕਿ ਨੰਬਰਸ। ਬੰਦੇ ਨੂੰ ਪਹਿਲਾਂ ਮੈਨੂੰ ਲੱਗਦਾ ਆਪਣੀ ਵੈਲਿਊ ਸਮਝੇ, ਬਲਕਿ ਮੈਂ ਤਾਂ ਪੈਸੇ ਨੂੰ ਵੈਲਿਊ ਦੇ ਪਾਊਂਗਾ ਨਾ। ਬਿਲਕੁਲ ਉਹੀ ਹੈ, ਨਹੀਂ ਉਹੀ ਹੈ, ਕਿਉਂਕਿ ਜਿਵੇਂ ਕਹਿੰਦਾ ਸੀਗਾ ਕਿ 40 ਸਾਲ ਦਾ ਨਾ ਉਹਨਾਂ ਨੇ ਉਹ ਬਣਾਇਆ ਹੋਇਆ, ਪਹਿਲਾਂ 10 ਰੁਪਏ ਤੇ ਇੱਕ ਮਿਡਲ ਕਲਾਸ ਫੈਮਿਲੀ ਮਹੀਨਾ ਦਿੰਦੀ ਸੀ, 40 ਸਾਲ ਬਾਅਦ 100 ਹੋਇਆ, 10,000 ਹੋਇਆ, ਫਿਰ ਮੇਰੇ ਹਿਸਾਬ ਨਾਲ ਭੁੱਲ ਰਿਹਾ ਹੁਣ ਉਹਨਾਂ ਦਾ ਅਗਲਾ ਕਿ ਲੱਖ ਹੋਏਗਾ, ਫਿਰ 10 ਲੱਖ ਹੋਏਗਾ। ਓਕੇ, ਤੇ ਮਤਲਬ ਤੁਸੀਂ ਐਂ ਲਾ ਕੇ ਚੱਲੋ ਕਿ ਇਹ ਪਰ ਕੈਪੀਟਾ ਸੀਗੀ, ਜਿਵੇਂ ਇੱਕ ਐਨਾਲਿਟਿਕਸ ਆਏ ਹੋਏ ਨੇ ਕਿ ਹਿੰਦੁਸਤਾਨ ਦੇ ਵਿੱਚ ਔਨ ਐਨ ਐਵਰੇਜ ਮੰਥ ਦਾ ਖਰਚਾ ਹੈਗਾ 36,000 ਰੁਪਏ। ਓਕੇ, 40,000 ਰੁਪਏ ਆਪਾਂ ਲਾ ਲੈਂਦੇ ਹਾਂ। ਅਮਰੀਕਾ 'ਚ ਉਹੀ 2 ਲੱਖ 40,000 ਹੈ, ਆਸਟ੍ਰੇਲੀਆ 'ਚ 2 ਲੱਖ ਰੁਪਈਆ ਪਰ ਮੰਥ ਦਾ ਖਰਚਾ ਹੈ। ਤਾਂ ਅਸੀਂ ਵੀ ਦੂਰ ਨਹੀਂ ਹੈਗੇ, ਅਸੀਂ 40,000 ਤੇ ਪਹੁੰਚੇ ਹਾਂ, ਲੱਖ ਰੁਪਇਆ ਦੂਰ ਨਹੀਂ ਹੈ। ਐਂਡ ਹਰ ਕਿਸੇ ਨੂੰ ਉਸ ਲੱਖ ਰੁਪਏ ਲਈ ਰੈਡੀ ਹੋਣਾ ਪਏਗਾ, ਕਿਉਂਕਿ ਸੈਲਰੀਜ਼ ਨਹੀਂ ਵਧਣਗੀਆਂ ਉਸ ਤਰੀਕੇ ਨਾਲ, ਖਰਚੇ ਜ਼ਰੂਰ ਵਧਣਗੇ। ਠੀਕ ਹੈ ਨਾ ਜੀ, ਔਰ ਸੈਲਰੀਜ਼ ਅੱਗੇ ਪਹਿਲਾਂ ਲੋਕ ਜੋਬ ਲੈਂਦੇ ਸੀ ਸਿਕਿਉਰਿਟੀ ਲਈ, ਹੁਣ ਉਹਨਾਂ ਦੀ ਵੀ ਖਤਮ ਹੋ ਗਈ, ਡਿਮਾਂਡ ਐਂਡ ਸਪਲਾਈ ਦਾ ਇਸ਼ੂ ਉੱਥੇ ਵੀ ਆ ਰਿਹਾ। ਸਹੀ ਗੱਲ, ਠੀਕ ਹੈ ਨਾ ਜੀ।
ਜਿੰਨਾ ਲੋਕੀ ਬਾਹਰ ਜਾਣਾ ਬੰਦ ਕਰਨਗੇ ਉਹਨਾਂ ਹਿੰਦੁਸਤਾਨ ਦੇ ਵਿੱਚ ਵੀ ਜੌਬ ਦਾ ਆਏਗਾ, ਉਨੀ ਓਪਰਚੁਨਿਟੀ ਵਧੇਗੀ, ਉਨੀ ਓਪਰਚੁਨਿਟੀ ਕਾਸਟ ਵਧੇਗੀ, ਉਨਾ ਹੀ ਉਵੇਂ ਹੀ ਹੁਣ ਜਿਵੇਂ ਆਈ ਥਿੰਕ ਮਤਲਬ ਇਸ 'ਤੇ ਮੈਨੂੰ ਕੋਈ ਕੋਟ ਨਾ ਕਰੇ ਜਾਂ ਕੁਛ ਨਹੀਂ, ਜੋ ਮਤਲਬ ਮੈਂ ਜੋ ਦੇਖਿਆ ਕਿ ਪਹਿਲਾਂ ਜਦੋਂ CAs ਬਣਦੇ ਸੀਗੇ ਉਹਨਾਂ ਦੀ ਸਟਾਰਟਿੰਗ ਸੈਲਰੀ 30-35,000 ਹੁੰਦੀ ਸੀ, ਹੁਣ CAs 15-20 ਹਜ਼ਾਰ ਤੋਂ ਸ਼ੁਰੂ ਵੀ ਕਰ ਰਹੇ ਨੇ, ਕੁਛ ਨੇ ਜੋ ਨਹੀਂ ਕਰ ਪਾ ਰਹੇ ਉਹ 10-10 ਹਜ਼ਾਰ ਤੋਂ ਵੀ ਸ਼ੁਰੂ ਕਰ ਰਹੇ ਨੇ। ਬਿਲਕੁਲ। ਤਾਂ ਸੈਲਰੀਜ਼ ਡਿਪਸ ਹੈ ਤੇ ਖਰਚੇ ਰਾਈਜ਼ ਤੇ ਨੇ, ਰਾਈਟ, ਤੇ ਸਾਨੂੰ ਆਪਣੇ ਪੈਸੇ ਨੂੰ ਸੰਭਾਲਣਾ ਤੇ ਉਹਨੂੰ ਸਹੀ ਤਰੀਕੇ ਨਾਲ ਮੈਨੇਜ ਯੂਜ਼ ਕਰਨਾ ਆਉਣਾ ਜ਼ਰੂਰੀ ਹੈ। ਨਹੀਂ ਸਹੀ ਆ, ਪਰ ਥੈਂਕ ਯੂ ਸੋ ਮਚ। ਪੈਸੇ ਦੀ ਚਰਚਾ ਦੀ ਆਪਾਂ ਗੱਲ ਕਰਦੇ ਹਾਂ ਕਿ ਪੈਸੇ ਦੀ ਚਰਚਾ ਹਰ ਵਾਰੀ ਪੈਸਾ ਕਹਿੰਦੇ ਨੇ, ਪੈਸਾ ਕਰੀ ਜਾਂਦੀ ਹੈ, ਪਰ ਮੈਨੂੰ ਲੱਗਦਾ ਕਿ ਬਹੁਤ ਜ਼ਿੰਦਗੀ ਦੀ ਮਤਲਬ ਬਹੁਤ ਜ਼ਰੂਰੀ ਚੀਜ਼ ਹੈ। ਤਾਂ ਇਹਨੂੰ ਜੇ ਆਪਾਂ ਰਿਸਪੈਕਟ ਕਰਾਂਗੇ, ਇਹਨੂੰ ਟਾਈਮ ਨਾਲ ਮੈਨੇਜ ਕਰਾਂਗੇ ਤਾਂ ਹੋ ਸਕਦਾ ਕੱਲ੍ਹ ਨੂੰ ਸਾਡੇ ਲਈ ਇਹ ਕੰਮ ਕਰੇਗਾ, ਕੱਲ੍ਹ ਨੂੰ ਫਿਰ ਜ਼ਰੂਰ ਕਰੇਗਾ। ਆਪਾਂ ਤਾਂ ਅਸੀਂ ਵੀ ਉਹਦੇ ਲਈ ਕੀਤਾ, ਅਸੀਂ ਪੈਸੇ ਕਮਾਉਣ ਲਈ ਮਿਹਨਤ ਕੀਤੀ ਹੈ, ਪੈਸੇ ਨੂੰ ਵੀ ਸਾਡੇ ਲਈ ਮਿਹਨਤ ਕਰਨੀ ਜ਼ਰੂਰੀ ਹੈ ਤੇ ਬਿਲਕੁਲ ਕਰਦਾ। ਇਹ ਕੋਈ ਅਸੀਂ ਕੋਈ ਨਵੀਂ ਚੀਜ਼ ਇਜਾਦ ਨਹੀਂ ਕੀਤੀ ਹੈ, ਇਹ ਐਗਜ਼ਿਸਟ ਕਰਦੀ ਹੈ, ਅਸੀਂ ਸਿਰਫ ਲੋਕਾਂ ਨੂੰ ਦੱਸ ਰਹੇ ਹਾਂ ਕਿ ਉਧਰ ਤਾਂ ਦੇਖੋ ਉਹ ਹੈ, ਟਰਾਈ ਤਾਂ ਕਰੋ। ਸਹੀ ਗੱਲ। ਆਪਣਾ ਐਕਸਪੀਰੀਅੰਸ ਲਓ, ਨਹੀਂ ਰਿਸਕ ਲੈ ਸਕਦੇ ਥੋੜੇ ਜਿਹੇ ਪੈਸੇ ਨਾਲ ਲੈ ਲਓ। ਦੇਖੋ ਮਾਰਕੀਟ ਔਰ ਇਹ ਫੰਡਸ ਇਹ ਜਿੰਨੇ ਵੀ ਤੁਸੀਂ ਫੰਡੇ ਹੀ ਕਹਿ ਲਓ, ਇਹਨਾਂ ਨੂੰ ਕਿਤੇ ਨਹੀਂ ਜਾਣ ਵਾਲੇ, ਇਹ ਵੱਧਦੇ ਹੀ ਰਹਿਣਗੇ। ਤੁਸੀਂ ਨਹੀਂ ਰਿਸਕ ਲੈ ਸਕਦੇ, ਛੋਟਾ ਜਿਹਾ ਲੈ ਕੇ ਦੇਖ ਲਓ ਨਾ। ਸਹੀ ਗੱਲ। ਕਿਹਨੇ ਕਿਹਾ ਲੱਖਾਂ ਲਗਾਉਣ 'ਤੇ ਇਨਵੈਸਟਮੈਂਟ ਹੋਏਗੀ, ਕਿਹਨੇ ਕਿਹਾ ਕਰੋੜਾਂ ਲਗਾਉਣ 'ਤੇ ਇਨਵੈਸਟਮੈਂਟ ਹੋਏਗੀ। ਆਪਾਂ 1000 ਰੁਪਏ ਤੇ ਸ਼ੁਰੂ ਕਰਨ ਲੱਗੇ ਹੀ ਹਾਂ, ਸ਼ੁਰੂ ਕਰਾਂਗੇ, ਐਕਸਪੈਰੀਮੈਂਟ ਕਰ ਲਓ। ਆਈ ਥਿੰਕ 1000 ਰੁਪਏ 12,000 ਰੁਪਏ ਸਾਲ ਦਾ ਹੀ ਹੋਇਆ। ਸਹੀ ਗੱਲ। ਉਹਦੇ ਨਾਲ ਸ਼ੁਰੂ ਕਰਕੇ ਦੇਖ ਲਓ, ਸਾਲ ਬਾਅਦ ਸਮਝ ਆਉਂਦੀ ਹੈ ਵਧਾ ਲੈਣਾ, ਨਹੀਂ ਆਉਂਦੀ ਕਢਾ ਲੈਣਾ। ਨਹੀਂ ਚਲ ਮੈਨੂੰ ਲੱਗਦਾ ਕਿ ਉਹ ਵਧਣਾ ਹੀ ਚਾਹੀਦਾ ਬੰਦਾ, ਜਿੱਦਾਂ ਆਪਾਂ ਇਹ ਵੀ ਗੱਲ ਕਰ ਰਹੇ ਸੀ ਆਫ ਕੈਮਰਾ ਵੀ, ਕਿ ਐਕਟਿਵ ਜਿਹੜੀ ਇਨਕਮ ਹੈ ਉਹਨੂੰ ਵਧਾ ਕੇ ਇੱਧਰ ਲਾਇਆ ਜਾਵੇ, ਤਾਂ ਕਿ ਇਹਦੇ 'ਤੇ ਇੰਨਾ ਲੋਕੀ ਇਹਦੇ ਤਾਂ ਉਲਟਾ ਸੋਚ ਲੈਂਦੇ। ਹਾਂ, ਇਹਦੇ 'ਤੇ ਡਿਪੈਂਡੈਂਸ ਨਹੀਂ ਆ ਸਕਦੇ, ਇਹਦੇ 'ਤੇ ਤੁਸੀਂ ਡਿਪੈਂਡੈਂਟ ਨਹੀਂ ਰਹਿ ਸਕਦੇ ਜਦ ਤੱਕ ਤੁਹਾਡੀ ਇਨਵੈਸਟਮੈਂਟ ਜਾਂ ਤੁਹਾਡਾ ਜਿਹੜਾ ਬੇਸਿਕ ਕਾਰਪਸ ਹੈ, ਜਿਹੜਾ ਤੁਸੀਂ ਕੈਪੀਟਲ ਲਗਾਈ ਹੈ, ਉਹ ਵੱਡੀ ਨਾ ਹੋਵੇ। ਸਹੀ ਗੱਲ। ਠੀਕ ਹੈ ਨਾ, ਜੇ ਉਹ ਵੱਧ ਚੁੱਕੀ ਹੈ, ਲੈਟਸ ਸੇ ਤੁਸੀਂ ਅੱਜ ਲਾ ਲਿਆ 20,000, 25-26% ਈਅਰ ਔਨ ਈਅਰ ਗਰੋਥ ਤੇ 10 ਸਾਲ ਬਾਅਦ 1 ਕਰੋੜ ਰੁਪਏ ਹੋ ਜਾਂਦਾ। ਹੁਣ ਤੁਸੀਂ 1 ਕਰੋੜ ਦਾ ਸਭ ਤੋਂ ਸੇਫੈਸਟ, ਜਿੱਥੇ ਤੁਹਾਨੂੰ ਰਾਤ ਨੂੰ ਵਧੀਆ ਨੀਂਦ ਆ ਜੇ, FD ਕਰਾ ਲਓ, ਉਹਦਾ 7% ਹੈ, ਰਫਲੀ 70,000 ਰੁਪਇਆ ਮਹੀਨੇ ਦੀ ਤੁਹਾਡੀ ਆਮਦਨ ਸ਼ੁਰੂ ਹੋ ਜਾਏਗੀ। ਤੁਸੀਂ ਬੈਂਕ ਕੋਲ ਜਾਓ, ਉਹਨੂੰ ਕਹੋ ਮੇਰੀ ਉੱਧਰ ਨਹੀਂ ਗੇਨ ਦੇਣਾ, ਤੁਸੀਂ ਉਹ ਜਿੰਨਾ ਵੀ ਗੇਨ ਆ ਰਿਹਾ ਉਹ ਮੇਰੇ ਅਕਾਊਂਟ 'ਚ ਕਰ ਦਿਓ। ਯੂ ਗੈਟ 70,000 ਰੁਪੀਜ਼ ਅ ਮੰਥ ਐਂਡ ਇੱਕ ਵਧੀਆ ਜ਼ਿੰਦਗੀ ਜੀਣ ਲਈ ਬਹੁਤ ਹੈ। ਸਹੀ ਗੱਲ। ਛੋਟੇ ਸ਼ਹਿਰ, ਸਾਡੇ ਸ਼ਹਿਰ ਤਾਂ ਹੀ ਹੈ। ਸਹੀ ਗੱਲ ਹੈ। ਦਿੱਲੀ ਵਗੈਰਾ ਨਹੀਂ ਮੈਂ ਕਹਿੰਦਾ, ਬਟ ਹਾਂ, ਪਰ ਦਿੱਲੀ ਵਗੈਰਾ ਵੀ ਇੱਕ ਅੱਛੀ ਐਵਰੇਜ ਲਾਈਫ ਜੀਣ ਲਈ 70,000 ਰੁਪਇਆ ਪਰ ਮੰਥ ਅਗਰ ਤੁਹਾਡੇ ਕੋਲ ਆ ਰਿਹਾ ਵਿਦਾਊਟ ਵਰਕਿੰਗ, ਠੀਕ ਹੈ ਨਾ, ਤਾਂ ਉਸ ਤੋਂ ਵਧੀਆ ਕੀ ਹੈ। ਆਪਣਾ ਕਮਾਓ, 70 ਤੁਹਾਡੇ ਕੋਲ ਐਕਸਟਰਾ ਆ ਗਿਆ ਨਾ, ਉਹ ਤਾਂ ਆਉਣਾ ਹੀ ਆਉਣਾ ਆ। ਫ੍ਰੀ ਦਿਮਾਗ ਨਾਲ, ਮਤਲਬ ਦਿਮਾਗ ਖਾਲੀ ਰੱਖ ਕੇ ਕੁਛ ਵੀ ਨਹੀਂ ਕਰਨਾ, ਸੁੱਤੇ ਪੈਸਾ ਆ ਰਿਹਾ, ਉਹਦੇ ਤੁਸੀਂ ਬੈਸਟ ਹੋਰ ਕਿਸੇ ਪਾਸੇ ਲਾ ਸਕਦੇ ਹੋ। ਵਾਰਨ ਬਫੇ ਦੀ ਲਾਈਨ ਹੈ ਕਿ ਜੇ ਤੁਸੀਂ ਸੌਂਦੇ ਪੈਸਾ ਨਹੀਂ ਕਮਾ ਰਹੇ ਤਾਂ ਤੁਸੀਂ ਸਾਰੀ ਜ਼ਿੰਦਗੀ ਪੈਸੇ ਪਿੱਛੇ ਭੱਜਦੇ ਰਹੋਗੇ। ਤਾਂ ਤੁਸੀਂ ਸੁੱਤੇ ਪੈਸਾ ਕਮਾਉਣਾ ਸਿੱਖ ਲਓ, ਤੁਸੀਂ ਸਾਰੀ ਜ਼ਿੰਦਗੀ ਪੈਸੇ ਲਈ ਨਹੀਂ ਭੱਜੋਗੇ। ਡਨ ਹੈ ਸਰ। ਓਕੇ ਜੀ। ਓਕੇ ਜੀ, ਥੈਂਕ ਯੂ।